ਬਿਲਾਵਲ ਮਹੱਲਾ ਪਹਿਲਾ। ਮਨ ਮੰਦਰ ਤਨ ਬੇਸ ਕਲੰਦਰ, ਘਟ ਹੀ ਤੀਰਥ ਨਾਵਾਂ। ਏਕ ਸ਼ਬਦ ਮੇਰਾ ਪ੍ਰਾਣ ਵਸਤ ਹੈ, ਬਾਹੁੜ ਜਨਮ ਨਾ ਆਵਾਂ। ਮਨ ਬੇਦਿਆ ਦਇਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ ਰਹਾਉ, ਅਗਮ ਅਗੋਚਰ ਅਲਖ ਅਪਾਰਾ। ਚਿੰਤਾ ਕਰੋ ਹਮਾਰੀ, ਜਲ ਥਲ ਮਹੀਲ ਭਰਪੁਰ ਲੀਣਾ। ਘਟ ਘਟ ਜੋਤ ਤੁਮਹਾਰੀ, ਸਿੱਖ ਮਤ ਸਭ ਬੁੱਧ ਤੁਮਹਾਰੀ। ਮੰਦਿਰ ਛਾਵਾ ਤੇਰੇ, ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ। ਗੁਣ ਗਾਵਾਂ ਨਿਤ ਤੇਰੇ, ਜੀ ਜੰਤ ਸਭ ਸ਼ਰਨ ਤੁਮਾਰੀ। ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ। ਇਕ ਨਾਨਕ ਕੀ ਅਰਦਾਸੇ, ਜੀ ਜੰਤ ਸਭ ਸ਼ਰਨ ਤੁਮਾਰੀ। ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ। ਇਕ ਨਾਨਕ ਕੀ ਅਰਦਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਹ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ। ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਇ। ਨਾਨਕ ਥਿਰ ਨਹੀਂ ਕੋਇ। ਦੇਹੋ ਸੱਜਣ ਆਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਜਿਉ ਹੋਵੈ ਸਾਹਿਬ ਸਿਉ ਮੇਲ। ਦੇਹੋ ਸੱਜਣ, ਦੇਹੋ ਸੱਜਣ ਅਸੀਸੜੀਆਂ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਜਿਉ ਹੋਵੈ ਸਾਹਿਬ ਸਿਉ ਮੇਲ। ਸੰਬਤ ਸਾਹਾ ਲਿਖਿਆ, ਸੰਬਤ ਸਾਹਾ ਲਿਖਿਆ। ਸੰਬਤ ਸਾਹਾ, ਸੰਬਤ ਸਾਹਾ
ਅਸੀਸੜੀਆਂ ਦੇਹੁ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਜਿਉ ਹੋਵੇ ਸਾਹਿਬ ਸਿਉ ਮੇਲ। ਜੈ ਕਰ ਕੀਰਤ ਆਖੀਐ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਨਿਤ ਕਰ ਗਾਵੋ ਸੋਹਿਲਾ ਨਿਤ ਕਰ ਗਾਵੋ ਸੋਹਿਲਾ ਨਿਤ ਕਰ ਗਾਵੋ ਸੋਹਿਲਾ। ਸਿਵਰਿਹੁ ਸਿਰਜਣਹਾਰੋ ਸਿਵਰਿਹੁ ਸਿਰਜਣਹਾਰੋ ਦੇਹੁ ਸੱਜਣ ਦੇਹੁ ਸੱਜਣ ਅਸੀਸੜੀਆਂ ਦੇਹੁ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਜਿਉ ਹੋਵੇ ਸਾਹਿਬ ਸਿਉ ਮੇਲ। ਦੇਹੁ ਸੱਜਣ ਅਸੀਸੜੀਆਂ ਦੇਹੁ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਜਿਉ ਹੋਵੇ ਸਾਹਿਬ ਸਿਉ ਮੇਲ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਹਉ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ। ਦੇਹੁ ਸੱਜਣ ਦੇਹੁ ਸੱਜਣ ਅਸੀਸੜੀਆਂ ਦੇਹੁ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਜਿਉ ਹੋਵੇ ਸਾਹਿਬ ਸਿਉ ਮੇਲ। ਦੇਹੁ ਸੱਜਣ ਅਸੀਸੜੀਆਂ ਦੇਹੁ ਸੱਜਣ
ਦਾਤੇ ਕਵਣ ਸੁਮਾਰ, ਤਿਸ ਦਾਤੇ ਕਵਣ ਸੁਮਾਰ। ਦੇਹੋ ਸੱਜਣ, ਦੇਹੋ ਸੱਜਣ ਅਸੀਸੜੀਆਂ, ਦੇਹੋ ਸੱਜਣ ਅਸੀਸੜੀਆਂ। ਜਿਉ ਹੋਵੇ ਸਾਹਿਬ ਸਿਉ ਮੇਲ, ਹੋਵੇ ਸਾਹਿਬ ਸਿਉ ਮੇਲ। ਇਹੋ ਸੱਜਣ ਅਸੀਸੜੀਆਂ, ਇਹੋ ਸੱਜਣ ਅਸੀਸੜੀਆਂ। ਜਿਉ ਹੋਵੇ ਸਾਹਿਬ ਸਿਉ ਮੇਲ, ਜਿਉ ਹੋਵੇ ਸਾਹਿਬ ਸਿਉ ਮੇਲ। ਸੰਬਤ ਸਾਹਾ ਲਿਖਿਆ, ਸੰਬਤ ਸਾਹਾ ਲਿਖਿਆ, ਸੰਬਤ ਸਾਹਾ ਲਿਖਿਆ। ਸੰਬਤ ਸਾਹਾ ਲਿਖਿਆ। ਮਿਲ ਕਰ ਪਾਵੋ ਤੇਲ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ, ਦੇਹੋ ਸੱਜਣ ਅਸੀਸੜੀਆਂ, ਦੇਹੋ ਸੱਜਣ ਅਸੀਸੜੀਆਂ। ਜਿਉ ਹੋਵੇ ਸਾਹਿਬ ਸਿਉ ਮੇਲ, ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਹੋ ਪਹੁੰਚਾ, ਘਰ ਘਰ ਹੋ ਪਹੁੰਚਾ, ਘਰ ਘਰ ਹੋ ਪਹੁੰਚਾ। ਘਰ ਘਰ ਹੋ ਪਹੁੰਚਾ। ਸੱਦੜੇ ਨਿਤ ਪਵਨ, ਸਦੜੇ ਨਿਤ ਪਵਨ। ਸੱਦਣਹਾਰਾ ਸਿਮਰਿਐ, ਸਦਣਹਾਰਾ ਸਿਮਰਿਐ, ਸੱਦਣਹਾਰਾ ਸਿਮਰਿਐ। ਸਦਣਹਾਰਾ ਸਿਮਰਿਐ। ਨਾਨਕ ਸੇਧਿਆਵਨ, ਨਾਨਕ ਸੇਧਿਆਵਨ। ਦੇਹੋ ਸੱਜਣ, ਇਹੋ ਸੱਜਣ ਅਸੀਸੜੀਆਂ, ਦੇਹੋ ਸੱਜਣ ਅਸੀਸੜੀਆਂ। ਜਿਉ ਹੋਵੇ ਸਾਹਿਬ ਸਿਉ ਮੇਲ, ਜਿਉ ਹੋਵੇ ਸਾਹਿਬ ਸਿਉ ਮੇਲ। ਇਹੋ ਸੱਜਣ ਅਸੀਸੜੀਆਂ, ਇਹੋ ਸੱਜਣ ਅਸੀਸੜੀਆਂ। ਜਿਉ ਹੋਵੇ ਸਾਹਿਬ ਸਿਉ ਮੇਲ, ਜਿਉ ਹੋਵੇ ਸਾਹਿਬ ਸਿਉ ਮੇਲ। ਇਹੋ ਸੱਜਣ ਅਸੀਸੜੀਆਂ, ਦੇਹੋ ਸੱਜਣ ਅਸੀਸੜੀਆਂ। ਜਿਉ ਹੋਵੇ ਸਾਹਿਬ ਸਿਉ ਮੇਲ, ਜਿਉ ਹੋਵੇ ਸਾਹਿਬ ਸਿਉ ਮੇਲ। ਜਿਉ ਹੋਵੇ ਸਾਹਿਬ ਸਿਉ ਮੇਲ, ਜਿਉ ਹੋਵੇ ਸਾਹਿਬ ਸਿਉ ਮੇਲ, ਜਿਉ ਹੋਵੇ ਸਾਹਿਬ ਸਿਉ ਮੇਲ, ਜਿਉ ਹੋਵੇ ਸਾਹਿਬ ਸਿਉ ਮੇਲ। ਪਰਮ ਸਤਿਕਾਰਯੋਗ
ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਜ਼ਰੂਰੀ ਬੇਨਤੀ ਸੀ। 2 ਗੱਡੀਆਂ ਨਾਲ ਦੀ ਬਿਲਡਿੰਗ ਦੇ ਵਿੱਚ ਲੱਗੀਆਂ ਹੋਈਆਂ ਹਨ, ਜਲਦੀ ਮੂਵ ਕਰ ਦੇਣੀਆਂ। ਪਹਿਲੀ ਗੱਡੀ ਗ੍ਰੇ ਰੰਗ ਦੀ ਹੋਂਡਾ ਸਿਵਿਕ, ਜਿਸ ਦੀ ਲਾਇਸੈਂਸ ਪਲੇਟ ਹੈ CBNZ 094 CBNZ 094 ਹੋਂਡਾ ਸਿਵਿਕ, ਅਤੇ ਦੂਸਰੀ ਇੱਕ ਲਿੰਕਨ ਰੈਡ ਲਿੰਕਨ ਹੈ ਗੱਡੀ, ਉਸ ਦੀ ਲਾਇਸੈਂਸ ਪਲੇਟ AE 30265 AE 30265। ਪਿਆਰ ਸਹਿਤ ਬੇਨਤੀ ਹੈ ਜੀ, ਜਲਦੀ ਮੂਵ ਕਰ ਦੇਣੀ। ਨਾਲ ਦੀ ਬਿਲਡਿੰਗ ਦੇ ਗੁਆਂਢੀਆਂ ਵੱਲੋਂ ਕੰਪਲੇਨ ਆਈ ਹੈ, ਉੱਥੋਂ ਪਲੀਜ਼ ਮੂਵ ਕਰ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ। ਸੱਚੀ ਦਰ ਗਏ ਜਾਏ, ਸੱਚਾ ਪਿੜ ਮੱਲਿਆ। ਸੱਚੀ ਦਰ ਗਏ ਜਾਏ, ਸੱਚਾ ਪਿੜ ਮੱਲਿਆ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ। ਸੱਚੀ ਦਰ ਗਏ ਜਾਏ, ਸੱਚਾ ਪਿੜ ਮੱਲਿਆ। ਸੱਚੀ ਦਰ ਗਏ ਜਾਏ, ਸੱਚਾ ਪਿੜ ਮੱਲਿਆ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ। ਗੁਰਮੁਖ ਭੋਜਨ ਪਾਓ, ਚਾਓ ਲੱਲਿਆ। ਗੁਰਮੁਖ ਭੋਜਨ ਪਾਓ, ਚਾਓ ਲੱਲਿਆ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ। ਸੱਚੀ ਦਰ ਗਏ ਜਾਏ, ਸੱਚਾ ਪਿੜ ਮੱਲਿਆ। ਸੱਚੀ ਦਰ ਗਏ ਜਾਏ, ਸੱਚਾ ਪਿੜ ਮੱਲਿਆ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ। ਗੁਰਮੁਖ ਜਨਮ
ਨਿਹਚਲ ਚੇਤ ਨਾ ਹੱਲੇ ਹੱਲਿਆ। ਗੁਰਮੁਖ ਨਿਹਚਲ ਚੇਤ ਨਾ ਹੱਲੇ ਹੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। 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 ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਗੁਰਮੁਖ ਸਾਚਿਆਲਾ ਭਲੀ ਹੂੰ ਭਲਿਆ। ਗੁਰਮੁਖ ਸਾਚਿਆਲਾ ਭਲੀ ਹੂੰ ਭਲਿਆ। ਗੁਰਮੁਖ ਸਾਚਿਆਲਾ ਭਲੀ ਹੂੰ ਭਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਗੁਰਮੁਖ ਸਦੇ ਜਾਨ ਆਵਨ ਕਲਿਆ। ਗੁਰਮੁਖ ਸਦੇ ਜਾਨ ਆਵਨ ਕਲਿਆ।
ਮੁਖ ਜਨਮ ਸਵਾਰ ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਸੱਚੀ ਦਰ ਕੇ ਜਾਏ ਸੱਚਾ ਪਿੜ ਮੱਲਿਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੰਨਿਆ। ਸੱਚੀ ਦਰ ਕਹਿ ਜਾਏ ਸੱਚਾ ਪਿੜ ਮੱਲਿਆ। ਸੱਚੀ ਦਰ ਕਹਿ ਜਾਏ ਸੱਚਾ ਪਿੜ ਮੱਲਿਆ। ਗੁਰਮੁਖ ਜਨਮ ਸਵਾਰ ਸਵਾਰ ਦਰਗਹਿ ਚੱਲਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। रोस किसै स्यों कीजै। रोस किसै स्यों कीजै। जिसकी वस्त सोई ले जाएगा। की वस्त सोई ले जाएगा। जिसकी वस्त सोई ले जाएगा। जिसकी वस्त सोई ले जाएगा। रोस किसै स्यों कीजै। रोस किसै स्यों कीजै। जिसकी वस्त सोई ले जाएगा। 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 रोस किसै स्यों कीजै। रोस किसै स्यों कीजै। जिसकी वस्त सोई ले जाएगा। जिसकी वस्त सोई ले जाएगा।
रोस किसै स्यों कीजै, जिसकी वस्त सोई ले जाएगा, जिसकी वस्त सोई ले जाएगा। ਗੁਰਮੁਖ ਹੋਵੇ ਸੋ ਭਾਣਾ ਮੰਨੇ, ਗੁਰਮੁਖ ਹੋਵੇ ਸੋ ਭਾਣਾ ਮੰਨੇ, ਸਹਜੇ ਹਰ ਰਸ ਪੀਜੈ, ਸਹਜੇ ਹਰ ਰਸ ਪੀਜੈ, ਜਿਸਕੀ ਵਸਤ ਸੋਈ ਲੈ ਜਾਏਗਾ, ਜਿਸਕੀ ਵਸਤ ਸੋਈ ਲੈ ਜਾਏਗਾ। ਰੋਸ ਕਿਸੈ ਸਿਉ ਕੀਜੈ, ਰੋਸ ਕਿਸੈ ਸਿਉ ਕੀਜੈ, ਜਿਸਕੀ ਵਸਤ ਸੋਈ ਲੈ ਜਾਏਗਾ, ਜਿਸਕੀ ਵਸਤ ਸੋਈ ਲੈ ਜਾਏਗਾ। ਨਾਨਕ ਸੁਖ ਦਾਤਾ ਸਦਾ ਸਲਾਹੇ ਹੋ, ਨਾਨਕ ਸੁਖ ਦਾਤਾ ਸਦਾ ਸਲਾਹੇ ਹੋ, ਰਸਨਾ ਰਾਮ ਰਵੀਜੈ, ਰਸਨਾ ਰਾਮ ਰਵੀਜੈ, ਜਿਸਕੀ ਵਸਤ ਸੋਈ ਲੈ ਜਾਏਗਾ, ਜਿਸਕੀ ਵਸਤ ਸੋਈ ਲੈ ਜਾਏਗਾ। ਰੋਸ ਕਿਸੈ ਸਿਉ ਕੀਜੈ, ਰੋਸ ਕਿਸੈ ਸਿਉ ਕੀਜੈ, जिसकी वस्त सोई ले जाएगा, जिसकी वस्त सोई ले जाएगा, जिसकी वस्त सोई ले जाएगा, जिसकी वस्त सोई ले जाएगा। रोस किसै स्यों कीजै, रोस किसै स्यों कीजै, जिसकी वस्त सोई ले जाएगा, जिसकी वस्त सोई ले जाएगा। वाहिगुरु। वाहिगुरु जी का खालसा, वाहिगुरु जी की फतेह। परम सत्कारयोग गुरु प्यारी साध संगत जी, वाहिगुरु जी का खालसा, वाहिगुरु जी की फतेह।
ਸਮੂਹ ਸੰਗਤਾਂ, ਡਾਕਟਰ ਬਲਵੰਤ ਸਿੰਘ ਜੀ, ਜਿਨ੍ਹਾਂ ਨੂੰ ਦੁਨੀਆ ਵਿੱਚ ਸੰਗਤਾਂ ਖੰਡੇ ਵਾਲੇ ਬਾਪੂ ਜੀ ਕਹਿ ਕੇ ਪੁਕਾਰਦੀਆਂ ਸਨ, ਪਿਛਲੇ ਦਿਨੀਂ ਸਦਾ ਲਈ ਸਾਡੇ ਕੋਲੋਂ ਸਰੀਰਕ ਤੌਰ 'ਤੇ ਚਲੇ ਗਏ। ਸਾਧ ਸੰਗਤ ਜੀ, ਬੱਚਾ ਉਹਨਾਂ ਨੂੰ ਦੁਨੀਆ ਦੇ ਵਿੱਚ ਜਾਣਦਾ। ਅੱਜ ਤਕਰੀਬਨ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਸਥਾਨਾਂ 'ਤੇ ਵਰਲਡ ਵਿੱਚ ਉਹਨਾਂ ਦੀ ਯਾਦ ਵਿੱਚ ਕਿਤੇ ਕੀਰਤਨ, ਸ਼ਬਦ ਕੀਰਤਨ, ਨਾਮ ਸਿਮਰਨ, ਅਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਹਨ। ਕਿਉਂ ਯਾਦ ਕਰ ਰਹੇ ਨੇ? ਭਾਈ ਸਾਹਿਬ ਗੁਰਪ੍ਰੀਤ ਸਿੰਘ ਸ਼ਬਦ ਪੜ੍ਹ ਰਹੇ ਸਨ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਸਾਧ ਸੰਗਤ ਜੀ, ਉਹਨਾਂ ਨੇ ਆਪਣਾ ਨਹੀਂ ਜਨਮ ਸਵਾਰਿਆ, ਉਹਨਾਂ ਨੇ ਹੋਰਨਾਂ ਅਨੇਕਾਂ ਪ੍ਰਾਣੀਆਂ ਦਾ ਜਨਮ ਸਵਾਰ ਕੇ ਚੱਲੇ। ਹਰ ਸਾਲ ਆਉਂਦੇ ਸਨ ਇੱਥੇ ਸਾਡੇ ਕੋਲ। ਜਿਸ ਵੀ ਪ੍ਰਾਣੀ ਨੂੰ ਕਿਸੇ ਵੀ ਉਹਨਾਂ ਨੂੰ ਲੱਗਦਾ ਸੀ ਇਹਨੂੰ ਕੋਈ ਲੋੜ ਹੈ, ਮਹਾਰਾਜ ਜੀ ਦੇ ਪ੍ਰਤੀ ਕੋਈ ਕੁਐਸਚਨ ਹੈ ਜਾਂ ਸਿੱਖ ਧਰਮ ਵਾਸਤੇ, ਗੁਰਬਾਣੀ ਪ੍ਰਤੀ, ਉੱਥੇ ਹੀ ਬੈਠ ਜਾਂਦੇ ਸੀ। ਭੁੱਲ ਜਾਂਦੇ ਸੀ ਵੀ ਮੈਂ ਕਿੱਥੇ ਜਾਣਾ, ਮੇਰਾ ਅਗਲਾ ਪ੍ਰੋਗਰਾਮ ਕਿੱਥੇ, ਜਾਂ ਮੈਂ ਕਿਤੇ ਕਿਸੇ ਦੇ ਨਾਲ ਜਾਣਾ ਵੀ ਹੈ ਜਾਂ ਨਹੀਂ। ਬਸ ਉੱਥੇ ਬੈਠਿਆਂ ਅੱਧਾ ਘੰਟਾ, ਪੌਣਾ ਘੰਟਾ, ਜਦ ਤੱਕ ਉਹ ਪ੍ਰਾਣੀ ਸੰਤੁਸ਼ਟ ਨਹੀਂ ਸੀ ਹੁੰਦਾ। ਪਤਾ ਨਹੀਂ ਅਨੇਕਾਂ ਵਾਰ, ਇੱਕ ਵਾਰੀ ਨਹੀਂ ਦੇਖਿਆ, ਵਾਰ ਅਨੇਕਾਂ ਵਾਰ ਸਾਲ ਪ੍ਰਤੀ ਇਸ ਤਰ੍ਹਾਂ ਆਪਣਾ ਤਾਂ ਜਨਮ ਉਹਨਾਂ ਦਾ ਸਵਾਰਿਆ ਸੀ। ਉਹ ਲੋਕਾਂ ਦੇ, ਕਿੰਨੇ ਲੋਕਾਂ ਦਾ ਭਲਾ ਕਰਦੇ ਹੋਏ ਚੱਲੇ। ਹਮੇਸ਼ਾ ਲਈ ਸਾਡੇ ਦੀ ਯਾਦ ਵਿੱਚ ਰਹਿਣਗੇ ਖੰਡੇ ਵਾਲੇ ਬਾਪੂ ਜੀ। ਬੱਚੇ ਤੋਂ ਬੱਚਾ, ਸਿਆਣੇ ਤੋਂ ਸਿਆਣੇ, ਸਾਰੇ ਉਹਨਾਂ ਨੂੰ ਬਸ ਖੰਡੇ ਵਾਲੇ ਬਾਪੂ ਜੀ ਕਹਿ ਕੇ ਪੁਕਾਰਦੇ ਸਨ। ਬੜੀ ਨਿੱਘੀ ਯਾਦ ਉਹਨਾਂ ਦੀ ਸਾਡੇ ਵਿੱਚ ਰਹੇਗੀ ਹਮੇਸ਼ਾ। ਸਾਧ ਸੰਗਤ ਜੀ, ਉਹਨਾਂ ਪ੍ਰਤੀ ਕੁਝ ਸ਼ਬਦ ਆਪ ਹੀ ਨਾਲ ਸੰਗਤਾਂ ਨਾਲ ਸਾਂਝੇ ਕਰਨ ਵਾਸਤੇ ਬਹੁਤ ਸਾਰੇ ਸੱਜਣ ਪਹੁੰਚੇ ਹਨ। ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਜੀ, ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਲੱਸ਼ਰ, ਜੋ ਉਹਨਾਂ ਦੇ ਭਤੀਜੇ ਹਨ, ਉਹਨਾਂ ਨੂੰ ਬੇਨਤੀ ਹੈ ਉਹ ਆ ਕੇ ਸੰਗਤਾਂ ਨਾਲ ਸਾਂਝ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਭ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਤ ਭਾਵੇ ਨਾਨਕਾ ਸੋਈ ਗੱਲ ਚੰਗੀ, ਹੁਕਮ ਹੋਇਆ ਕਿ ਤੁਸੀਂ ਉਹਨਾਂ ਪ੍ਰਤੀ ਕੋਈ ਸ਼ਬਦ ਕਹੋ। ਜਿੰਨਾ ਕੁ ਸਾਨੂੰ ਐਕਸਪੀਰੀਅੰਸ ਹੈ ਚਾਚਾ ਜੀ ਦਾ, ਉਹ ਤੁਹਾਡੇ ਨਾਲ ਮੈਂ ਜ਼ਰੂਰ ਸਾਂਝ ਪਾਵਾਂਗਾ ਉਹਦੇ ਵਿੱਚ, ਕਿ ਅਸੀਂ ਜਿੰਨੀ ਕੁ ਸਾਨੂੰ 6-7 ਸਾਲ ਦੀ ਉਮਰ ਦੇ ਵਿੱਚ ਸਾਨੂੰ ਸੁਰਤ ਆ ਗਈ ਸੀ, ਅਤੇ ਜਦੋਂ ਤੋਂ ਲਾ ਕੇ ਚਾਚਾ ਜੀ ਹੋਣਾ ਦੇ ਨਾਲ ਅਸੀਂ ਜੀਵਨ ਬਤੀਤ ਕੀਤਾ ਅੱਜ ਤਾਈਂ। ਚਾਚਾ ਜੀ ਪਾਕਿਸਤਾਨ ਦੇ ਵਿੱਚ 1932 ਦੇ ਵਿੱਚ ਉਹਨਾਂ ਨੇ ਜਨਮ ਲਿਆ। ਉਹਨਾਂ ਦੀ ਇੱਕ ਵੱਡੀ ਭੈਣ ਜੀ ਅਤੇ 3 ਭਾਈ। ਇਹ ਚਾਚਾ ਜੀ ਸਭ ਤੋਂ ਛੋਟੇ ਸਨ। ਪਾਕਿਸਤਾਨ ਦੇ ਵਿੱਚ ਹੀ ਉਹਨਾਂ ਨੇ 11 ਗ੍ਰੇਡ ਉੱਥੇ ਕਰ ਚੁੱਕੇ ਸਨ। ਫਿਰ 47 ਆ ਗਿਆ। 47 ਦੇ ਵਿੱਚ ਜਦੋਂ ਇੱਧਰ ਆਏ, ਫਿਰ ਉਹਨਾਂ ਨੇ ਦੁਬਾਰਾ 11 ਅਤੇ 12 FA ਕੀਤੀ ਜਲੰਧਰ ਤੋਂ। ਉਸ ਤੋਂ ਬਾਅਦ ਚਾਚਾ ਜੀ ਮਿਲਟਰੀ ਦੇ ਵਿੱਚ ਭਰਤੀ ਹੋ ਗਏ। ਉੱਦਾਂ ਦਾ ਜੋ ਮਿਲਟਰੀ ਦਾ ਐਕਸਪੀਰੀਅੰਸ ਸੀਗਾ, ਸਾਨੂੰ ਉਹਨਾਂ ਦੇ ਕੁਛ ਬੰਦਿਆਂ ਨੇ ਆਣ ਕੇ ਦੱਸਿਆ ਕਿ ਜਿਹੜਾ 1 ਸਾਲ ਚਾਚਾ ਜੀ ਨੇ ਮਿਲਟਰੀ ਦੇ ਵਿੱਚ ਗੁਜ਼ਾਰਿਆ, ਜਦੋਂ ਵੀ ਪਰੇਡ 'ਤੇ ਬਾਹਰ ਸੱਦਣਾ, ਜਦੋਂ ਵੀ ਬਾਹਰ ਜਾਣਾ, ਉਹਨੇ ਚਾਹ ਕੇ ਬਾਹਰ ਇੱਕ ਪੱਥਰ 'ਤੇ ਬਹਿ ਜਾਣਾ
ਤੇ ਉੱਥੇ ਲੀਨ ਹੋ ਜਾਣਾ। ਅਖੀਰ ਜੀ ਉਹਨਾਂ ਨੂੰ ਸੱਦਦੇ ਰਹੇ। ਅਖੀਰ ਚਾਚਾ ਜੀ ਨੇ ਇਹੀ ਫੈਸਲਾ ਲਿਆ ਕਿ ਤੁਸੀਂ ਜਾਂ ਤਾਂ ਮੈਨੂੰ ਛੁੱਟੀ ਦੇ ਦਿਓ ਜਾਂ ਮੇਰੇ ਗੋਲੀ ਮਾਰ ਦਿਓ, ਤੁਸੀਂ ਜੋ ਸਜ਼ਾ ਦੇਣੀ ਦੇ ਦਿਓ। ਅਤੇ ਚਾਚਾ ਜੀ ਨੇ ਸਾਨੂੰ ਆਪ ਦੱਸਿਆ ਕਿ ਮੇਰਾ ਮਨ ਉਦੋਂ ਇਹ ਬਣ ਚੁੱਕਾ ਸੀ ਕਿ ਮੈਂ ਹਜ਼ੂਰ ਸਾਹਿਬ ਜਾ ਕੇ ਉੱਥੇ ਭਗਤੀ ਕਰਨੀ ਆ, ਪਰ ਜੋ ਮਿਲਟਰੀ ਦਾ ਰੂਲ, ਜੋ ਉੱਥੇ ਦਾ ਸਿਸਟਮ, ਉਹਨਾਂ ਨੇ ਬਿਸਤਰਾ ਸਣੇ ਚਾਚਾ ਜੀ ਨੂੰ ਸਾਡੇ ਪਿੰਡ ਬਾਜੜੇ ਭਰਾਵਾਂ ਕੋਲ ਛੱਡਿਆ। ਉਸ ਤੋਂ ਉਪਰੰਤ ਉਹਨਾਂ ਨੇ ਸਾਡੇ ਨਾਲ ਹੁਸ਼ਿਆਰਪੁਰ 2 ਸਾਲ ਖੇਤੀ ਕਰਵਾਈ, ਕੰਮ ਕਰਵਾਉਂਦੇ ਰਹੇ। ਸਾਡੇ ਤੋਂ ਹੁਸ਼ਿਆਰਪੁਰ ਕੋਈ 10-11 ਕਿਲੋਮੀਟਰ 'ਤੇ ਹੈ। ਉਹਨਾਂ ਨੇ ਦਿਨੇ ਕੰਮ ਕਰਾਉਣਾ, ਰਾਤ ਨੂੰ ਜਿੱਥੇ ਵੀ ਉੱਥੇ ਟਿੱਬਾ ਸਾਹਿਬ ਗੁਰਦੁਆਰੇ ਅਖੰਡ ਪਾਠ ਸਾਹਿਬ ਹੈ ਉੱਥੇ ਜਾ ਕੇ ਭਗਤੀ ਅਤੇ ਪਾਠ ਸਰਵਣ ਕਰਨਾ। ਉਸ ਤੋਂ ਉਪਰੰਤ ਉਹਨਾਂ ਨੇ ਫਿਰ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ, ਜਿਹੜੀ ਕਿ ਉਹਨਾਂ ਨੇ ਹੁਸ਼ਿਆਰਪੁਰ ਕਾਲਜ ਤੋਂ BA ਪਾਸ ਕੀਤੀ, ਜਲੰਧਰ ਆਣ ਕੇ B.Ed ਕੀਤੀ, ਫਿਰ ਉਹ ਟੀਚਰ ਲੱਗ ਗਏ, ਫਿਰ ਉਹਨਾਂ ਨੇ ਮਾਸਟਰੀ ਕੀਤੀ, ਫਿਰ ਪ੍ਰੋਫੈਸਰ ਲੱਗ ਗਿਆ ਲੁਧਿਆਣੇ ਦੇ ਵਿੱਚ। ਅਤੇ ਉਹਨਾਂ ਨੂੰ ਜਿਹੜੀ ਗੁੜਤੀ ਮਿਲੀ, ਉਹਨਾਂ ਦਾ ਨਾਨਕਾ ਪਰਿਵਾਰ ਪਾਕਿਸਤਾਨ ਦੇ ਵਿੱਚ ਧੰਨੂਆਣੇ ਤੋਂ, ਅਤੇ ਉਹਨਾਂ ਦੇ ਨਾਨਾ ਜੀ ਸ਼ਹੀਦ ਲਛਮਣ ਸਿੰਘ ਭਾਈ ਸਾਹਿਬ ਦੇ ਨਾਲ ਜਿਹੜੇ ਨਨਕਾਣਾ ਸਾਹਿਬ ਸ਼ਹੀਦੀ ਸਾਕਾ ਹੋਇਆ ਉਹਦੇ ਵਿੱਚ ਵੀ ਸ਼ਹੀਦ ਹੋਏ। ਉੱਥੋਂ ਉਹਨਾਂ ਨੂੰ ਸਾਰਾ ਹੀ ਜੀਵਨ ਦਾ ਇੱਕ ਹਿੱਸਾ ਚੱਲਣ ਦਾ ਮੌਕਾ ਸ਼ਹੀਦਾਂ ਨੇ ਪ੍ਰਾਪਤ ਕਰਵਾਇਆ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਐਜੂਕੇਸ਼ਨ ਉੱਥੇ ਫਿਨਿਸ਼ ਕਰਕੇ ਅਤੇ ਕੋਈ 64 ਦੇ ਵਿੱਚ ਆਪਣੀ ਮੈਰਿਜ ਵੀ ਕਰਾਈ। ਉਸ ਵੇਲੇ ਇੰਡੀਆ ਦੇ 2 ਬੱਚੇ ਸਨ ਉਹਨਾਂ ਦੇ। ਅਤੇ ਉਸ ਤੋਂ ਉਪਰੰਤ ਉਹ ਇੰਗਲੈਂਡ ਆ ਗਏ। ਇੰਗਲੈਂਡ ਆੜ ਕੇ 1 ਸਾਲ ਰਹੇ, ਉਹਨਾਂ ਨੇ ਉੱਥੇ ਬੱਚੇ ਸੱਦੇ, ਚਾਚੀ ਜੀ ਨੂੰ ਸੱਦਿਆ। 69 ਦੇ ਵਿੱਚ ਉਹ ਅਮਰੀਕਾ ਦੇ ਵਿੱਚ ਆ ਗਏ। ਇੱਥੇ ਆਣ ਕੇ ਕੁਛ ਚਿਰ ਉਹਨਾਂ ਨੇ ਥੋੜ੍ਹਾ ਚਿਰ ਹੀ ਫਾਰਮ ਦੇ ਵਿੱਚ ਕੰਮ ਕੀਤਾ। ਫਿਰ ਉਹਨਾਂ ਨੇ ਟੀਚਿੰਗ ਦਾ ਲਾਇਸੈਂਸ ਲੈ ਲਿਆ। ਫਿਰ ਸਾਊਥ ਕੈਰੋਲਾਈਨਾ ਦੇ ਵਿੱਚ ਉਹਨਾਂ ਨੇ ਜਾ ਕੇ ਆਪਣੀ ਟੀਚਿੰਗ ਦੀ ਜੋਬ ਸ਼ੁਰੂ ਕਰ ਦਿੱਤੀ। ਉਸ ਤੋਂ ਉਪਰੰਤ ਉਹ ਮਿਸੀਸਿਪੀ ਦੇ ਵਿੱਚ ਜਾ ਕੇ ਉਹਨਾਂ ਨੇ ਹੋਰ ਜੋਬ ਉੱਥੇ ਚੇਂਜ ਕਰਕੇ ਉੱਥੇ ਟੀਚਿੰਗ ਦੀ ਕਰ ਲਈ। ਫਿਰ ਚਾਚੀ ਜੀ ਨੂੰ ਉਹਨਾਂ ਨੇ ਟੀਚਿੰਗ ਦਾ ਲਾਇਸੈਂਸ ਦਵਾਇਆ, ਉਹਨਾਂ ਨੂੰ ਪੜ੍ਹਨੇ ਲਾਇਆ ਅਤੇ ਆਪ PhD ਕੀਤੀ। PhD ਤੋਂ ਬਾਅਦ ਇਹ ਜਿਹੜਾ ਜੀਵਨ ਆ, ਅਸੀਂ ਜਿਹੜਾ ਪਹਿਲਾਂ ਗੁਜ਼ਾਰਿਆ ਉਹਨਾਂ ਦੇ ਮੋਢਿਆਂ 'ਤੇ ਬੈਠ ਕੇ, ਉਹ ਸਾਡੀ ਸਮਝ ਤਾਂ ਨਹੀਂ ਸੀ, ਪਰ ਉਹਨਾਂ ਦੇ ਜਿਹੜੇ ਕਾਰਨਾਮੇ ਸੀ ਹੌਲੀ ਹੌਲੀ ਅਸੀਂ ਸਮਝਦੇ ਸੀ ਕਿ ਸ਼ਾਮ ਨੂੰ ਉਹਨਾਂ ਨੇ ਪਸ਼ੂ ਚਾਰਨੇ ਤਾਂ ਲੋਕਾਂ ਨੇ ਘਰ ਨੂੰ ਲਿਆਉਣੇ, ਅਤੇ ਉਹਨਾਂ ਨੇ ਬਾਹਰ ਖੇਤਾਂ ਨੂੰ ਦੂਰ ਤਾਈਂ ਲਈ ਜਾਣੇ। ਕਦੇ ਉਹਨਾਂ ਨੇ ਹੱਥ 'ਚ ਸੋਟਾ ਨਹੀਂ ਫੜਨਾ, ਪਰਨੇ ਦੇ ਨਾਲ ਪਸ਼ੂਆਂ ਨੂੰ ਮੋੜਨਾ। ਈਵਨ ਇੱਥੇ ਤਾਈਂ ਨਾ ਉਹਨਾਂ 'ਚ ਅਮੀਰੀ ਗਰੀਬੀ ਜਾਂ ਛੋਟੇ ਉੱਚੇ ਦਾ ਕੋਈ ਫਰਕ ਨਹੀਂ ਸੀ। ਸਾਡੇ ਹੁਸ਼ਿਆਰਪੁਰ ਤੋਂ ਉਹ ਇੱਕ ਬੰਦਾ ਜਲੰਧਰ ਉਹਨਾਂ ਨੂੰ ਘਰੇ ਮਿਲਣ ਆਇਆ, ਅਤੇ ਉਹਨਾਂ ਦੀ ਸੇਵਾ ਭਾਵਨਾ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਲੱਗੇ। ਚਾਚਾ ਜੀ ਪ੍ਰਸ਼ਾਦਾ ਮੋਹਰੇ ਰੱਖਤਾ, ਦਾਲ ਸਬਜ਼ੀ ਰੱਖ ਦਿੱਤੀ, ਅਤੇ ਉਹ ਹਜੇ ਖਾਣਾ ਸ਼ੁਰੂ ਕਰਨ ਲੱਗੇ। ਜੱਗੇ ਅਚਾਰ ਲੈਣਾ, ਜੱਗੇ ਆਹ ਚੀਜ਼ ਲੈਣੀ, ਪਾਣੀ ਲੈਣਾ, ਲੱਸੀ ਲੈਣਾ। ਹਾਰ ਕੇ ਉਹ ਕਹਿੰਦਾ ਜੀ ਵੀ ਤੁਸੀਂ 2 ਮਿੰਟ ਪਿੱਛੇ ਹੋ ਕੇ ਬੈਠੋ, ਮੈਨੂੰ ਮੂੰਹ 'ਚ ਬੁਰਕੀ ਪਾ ਲੈਣ ਦਿਓ। ਜਿਹੜੀ ਉਹਨਾਂ ਦੀ ਗੁੜਤੀ ਨਿੱਕੇ ਹੁੰਦਿਆਂ ਤੋਂ ਪਹਿਲਾਂ ਤੋਂ ਇੱਕ ਵੱਖਰੀ ਸੀ, ਸੇਵਾ ਭਾਵਨਾ, ਆਪ ਭੁੱਖੇ ਰਹਿ ਲੈਣਾ, ਅਤੇ ਉਹਨਾਂ ਨੇ ਦਿਨ ਰਾਤ ਸੇਵਾ 'ਚ ਜੁਟੇ ਰਹਿਣਾ। ਅਮਰੀਕਾ ਦੇ ਵਿੱਚ ਸਾਨੂੰ ਇੱਥੇ ਮਿਲਣ ਆਉਂਦੇ ਰਹੇ। ਅਸੀਂ ਹਰ ਪਰਿਵਾਰ ਦਾ ਜੀ ਇਹੀ ਚਾਹੁੰਦੇ ਰਹੇ ਵੀ ਚਾਚਾ ਜੀ ਮੇਰੇ ਨਾਲ ਜ਼ਿਆਦਾ ਪਿਆਰ ਕਰਦੇ, ਦੂਜਾ ਕਹਿੰਦਾ ਮੇਰੇ ਨਾਲ ਕਰਦੇ, ਤੀਜਾ ਕਹਿੰਦਾ ਮੇਰੇ ਨਾਲ ਵੱਖਰਾ ਪਿਆਰ ਕਰਦੇ ਆ। ਸਾਰਿਆਂ ਦਾ ਇਕੁਆਲਿਟੀ ਦੇ ਵਿੱਚ ਉਹਨਾਂ ਨੇ ਪਿਆਰ ਕਰਨਾ। ਉਸ ਤੋਂ ਉਪਰੰਤ ਕੋਈ 88 ਦੇ ਵਿੱਚ ਬਾਬਾ ਜੀ ਹੁਣਾਂ ਦੇ ਨਾਲ ਉਹਨਾਂ ਦਾ ਇੱਥੇ ਹੈਮਿਲਟਨ ਦੇ ਵਿੱਚ ਮੇਲ ਵੀ ਹੋਇਆ। ਉਸ ਤੋਂ ਬਾਅਦ ਚਾਚਾ ਜੀ ਹੁਣੀ ਫਿਰ ਆਪਣੀ ਟੀਚਿੰਗ ਕਰਦੇ ਰਹੇ। ਜਦੋਂ ਰਿਟਾਇਰ ਹੋਏ 2001 ਦੇ ਵਿੱਚ ਉਹ ਇੰਡੀਆ ਗਏ। ਉਹਨਾਂ ਨੇ ਮਕਾਨ ਬਣਾਉਣੇ ਸ਼ੁਰੂ ਕਰਤੇ। ਨਾਲ ਹੀ ਸਾਡੇ ਘਰਾਂ ਦੇ ਨਾਲ ਜਲੰਧਰ ਦੇ ਵਿੱਚ ਗੁਰਦੁਆਰਾ ਸੀ, ਅਤੇ ਉਹ ਗੁੰਮਤ ਦੇਖਣ ਗਏ। ਪਿੰਡ ਦਾ ਇੱਕ ਮਿਸਤਰੀ ਉੱਥੇ ਜੋਬ ਕਰਦਾ ਸੀ, ਕੰਮ ਕਰਦਾ ਸੀ ਬਾਬਾ ਜੀ ਕੋਲ, ਅਤੇ ਉਹ ਗੁੰਮਤ ਦੇਖਣ ਗਏ। ਬਾਬਾ ਜੀ ਕਹਿੰਦੇ ਵੀ ਨਹੀਂ, ਸਾਨੂੰ ਤੁਹਾਡੀ ਲੋੜ ਆ। ਉਸ ਦਿਨ ਤੋਂ ਲਾ ਕੇ ਚਾਚਾ ਜੀ
ਅਸੀਂ ਤੇ ਨਹੀਂ ਕੁਝ ਦੱਸ ਸਕਦੇ, ਆਪ ਦੇ ਚਿਹਰੇ ਦੱਸਦੇ ਆ ਕਿ ਚਾਚਾ ਜੀ ਸਭ ਦੇ ਵਿੱਚ ਵਸ ਗਏ। ਉਹਨਾਂ ਦਾ ਜਿਹੜਾ ਜੀਵਨ ਅਸੀਂ ਤੇ ਇੰਨਾ ਆਪਣੇ ਪਰਿਵਾਰਕ ਤੌਰ 'ਤੇ ਦੱਸ ਸਕਦੇ ਹਾਂ, ਇੰਨਾ ਕੀ ਸਾਨੂੰ ਪਤਾ। ਬਾਕੀ ਜਿੰਨੀਆਂ ਸੰਗਤਾਂ ਬੈਠੀਆਂ ਇਹਨਾਂ ਦੇ ਚਿਹਰੇ ਦੱਸ ਰਹੇ ਆ, ਠੀਕ ਹੈ ਕਿ ਚਾਚਾ ਜੀ ਨੇ ਆਵਣ ਜਾਵਣ ਆਪਣਾ ਮੁਕਾ ਲਿਆ, ਆਪ ਦੀ ਮਿਹਰ ਨਾਲ, ਆਪ ਦੀ ਸੇਵਾ ਭਾਵਨਾ ਦੇ ਨਾਲ ਕਰਕੇ। ਜਿੰਨਾ ਕਿ ਸਾਨੂੰ ਪਤਾ ਸੀ ਅਸੀਂ ਉਹਨਾਂ ਨੂੰ ਭਗਤੀ 'ਚ ਵੀ ਦੇਖਿਆ, ਕੰਮ ਕਰਦਿਆਂ ਵੀ ਦੇਖਿਆ, ਪਿਆਰ ਵੀ ਦੇਖਿਆ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਆਪਣੀ ਸਾਂਝ ਪਾਉਣੀ ਚਾਹੁੰਦਾ ਸੀ। ਮੈਨੂੰ ਪਰਸੋਂ ਇੱਥੇ ਜੋ ਅਸੀਂ ਇੱਥੇ ਦੇਖਿਆ, ਆਣ ਕੇ ਅਨੁਭਵ ਕੀਤਾ, ਮੈਨੂੰ ਕਾਊਂਟਰ 'ਤੇ 2 ਬੱਚੀਆਂ ਸਿੱਧਾ ਕੱਢਦੀਆਂ ਸੀ। ਮੈਂ ਉਹਨਾਂ ਕੋਲ ਗਿਆ, ਮੈਂ ਸਧਾਰਨ ਪੁੱਛਿਆ, ਮੈਂ ਕਿਹਾ ਖੰਡੇ ਵਾਲੇ ਬਾਪੂ ਜੀ ਨੂੰ ਤੁਸੀਂ ਜਾਣਦੇ ਆ? ਤਾਂ ਉਹਨਾਂ ਨੂੰ ਕਹਿੰਦੇ ਤੁਹਾਨੂੰ ਜਾਣਦਾ ਕੌਣ ਨੇ? ਅਤੇ ਮੈਂ ਉਹਨਾਂ ਨੂੰ ਦੱਸ ਬੈਠਾ ਕਿ ਮੈਂ ਉਹਨਾਂ ਦਾ ਭਤੀਜਾ। ਅਤੇ ਉੱਠ ਕੇ ਦੋਨੇ ਜਿਹੜੀਆਂ ਬੱਚੀਆਂ ਖੜ੍ਹ ਗਈਆਂ ਅਤੇ ਮੇਰੇ ਅੱਖਾਂ 'ਚ ਹੰਝੂ ਆ ਗਏ ਵੀ ਚਾਚਾ ਜੀ ਦੀ ਧਨ ਕਮਾਈ। ਕਿਚਨ ਦੇ ਵਿੱਚ ਭੈਣ ਜੀ ਰਾਜ ਮਿਲੇ, ਕਹਿੰਦੇ ਮੈਨੂੰ 23-24 ਸਾਲ ਇੱਥੇ ਸੇਵਾ ਕਰਦਿਆਂ ਨੂੰ ਹੋ ਗਏ ਆ। ਬਾਪੂ ਜੀ ਜਦੋਂ ਆਉਂਦੇ ਰਹੇ ਸਿਰ 'ਤੇ ਮੇਰੇ ਜ਼ੋਰ ਨਾਲ ਹੱਥ ਮਾਰਨਾ, ਕਹਿਣਾ ਤੂੰ ਜੀਂਦੀ ਰਹਿ, ਹੋਰ ਸੇਵਾ ਕਰ। ਨਾਲ ਉਹਨਾਂ ਨੇ ਇੱਕ ਹੋਰ ਲਫ਼ਜ਼ ਦੱਸਿਆ ਕਿ ਬਾਪੂ ਜੀ ਨੇ ਸਾਰਿਆਂ ਨੂੰ ਛਕਾਉਂਦੇ ਰਹਿਣਾ। ਅਖੀਰਲੇ ਵੇਲੇ ਆਪ ਕਈ ਵਾਰੀ ਭੁੱਖੇ ਵੀ ਸੌਣਾ ਉਹਨਾਂ ਨੂੰ ਮਨਜ਼ੂਰ ਸੀ, ਉਹ ਨਹੀਂ ਸੀ ਪ੍ਰਸ਼ਾਦਾ ਛਕਦੇ, ਫਿਰ ਵੀ ਸੌ ਜਾਂਦੇ ਸੀ। ਬਾਪੂ ਜੀ ਜਿਹੜੇ ਅਸੀਂ ਕੋਸ਼ਿਸ਼ ਸਮਝਦੇ ਰਹੇ ਕਿ ਬਾਪੂ ਜੀ ਸਾਡੇ ਹਨ, ਚਾਚਾ ਜੀ ਸਾਡੇ ਹਨ। ਨਹੀਂ, ਚਾਚਾ ਜੀ ਸਾਡੇ ਨਹੀਂ ਸੀ। ਉਹ ਤਾਂ ਇੱਕ ਬੱਦਲ ਦੀ ਨਿਆਈ ਸੀ ਜਿਨ੍ਹਾਂ ਦੀ ਕੋਈ ਹੱਦ ਨਹੀਂ। ਉਹਨਾਂ ਨੇ ਠੰਡ ਵਰਤਾਉਣੀ, ਉਹਦਾ ਸੁਭਾਅ ਬੱਦਲ ਦਾ ਇਹੀ ਆ। ਇਹੀ ਸਾਧੂ ਮਹਾਤਮਾ ਦਾ ਬਾਬਾ ਜੀ ਉੱਥੇ ਤੇ ਚਾਚਾ ਜੀ ਹੋਣੀ, ਉਹਨਾਂ ਨੇ ਸੰਸਾਰ ਦੇ ਪਰ ਜਿੱਥੇ ਤਾਂ ਵੀ ਉਹਨਾਂ ਨੂੰ ਸਮਝਿਆ ਉਹਨਾਂ ਨੇ ਠੰਡ ਵਰਤਾਈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਨੂੰ ਤੁਸੀਂ ਸੇਵਾ ਕਰਨ ਦਾ ਮੌਕਾ ਦਿੱਤਾ, ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਅਸੀਂ ਤੇ ਕੁਛ ਵੀ ਨਹੀਂ ਗੇ, ਜੋ ਅਸੀਂ ਆਪ ਦੇ ਚਿਹਰਿਆਂ ਤੋਂ ਦੇਖ ਰਹੇ ਹਾਂ, ਪੜ੍ਹ ਰਹੇ ਹਾਂ, ਉਹ ਤੋਂ ਸਾਨੂੰ ਇਵੇਂ ਲੱਗ ਰਿਹਾ ਕਿ ਚਾਚਾ ਜੀ ਹਰੇਕ ਦੇ ਚਿਹਰੇ 'ਚ ਬਾਪੂ ਜੀ ਬੈਠੇ ਆ। ਜਦੋਂ ਵੀ ਦੇਖਦੇ ਹਾਂ ਮਨ ਨੂੰ ਤਸੱਲੀ ਵੀ ਹੁੰਦੀ ਆ, ਪਰ ਚਾਚਾ ਜੀ ਕਰਕੇ ਮੋਹ ਵੀ ਜਾਗ ਪੈਂਦਾ। ਪਰ ਉਹਨਾਂ ਨੇ ਜਿਸ ਦਿਨ ਤੋਂ ਬਾਬਾ ਜੀ ਕੋਲ ਗਏ, ਆਪਣੇ ਪਰਿਵਾਰ ਨੂੰ ਆਹਾ ਹੀ ਪਰਿਵਾਰ ਸਮਝਿਆ। ਉੱਥੇ ਕਿਤੇ ਹੋਏ ਦਵਾਈ ਲੈਣ ਚੱਲ ਗਏ, ਚਾਚੀ ਜੀ ਨੂੰ ਉੱਥੇ ਸੱਦ ਲਿਆ, ਜਾਂ ਕਿਤੇ 1 ਹਫ਼ਤਾ ਉੱਥੇ ਸਕਰਾਮੈਂਟੋ ਚਾਚੀ ਜੀ ਕੋਲ ਚੱਲ ਗਏ। ਉਹਨਾਂ ਨੇ ਨਾ ਆਪਣੇ ਪੋਤਿਆਂ ਨਾਲ, ਦੋਹਤਿਆਂ ਨਾਲ, ਬੱਚਿਆਂ ਨਾਲ, ਸਾਰਿਆਂ ਨੂੰ ਇਕੁਅਲ ਸਮਝਿਆ। ਅਤੇ ਧੰਨਵਾਦੀ ਹਾਂ ਆਪ ਜੀ ਦੇ। ਵਾਰ-ਵਾਰ ਸਾਰਾ ਪਰਿਵਾਰ। ਸਾਡੇ ਕੋਲ ਕੋਈ ਇੱਥੇ ਸੇਵਾ ਕਰਦਿਆਂ ਭੁੱਲ ਹੋ ਗਈ ਹੋਵੇ, ਖਿਮਾ ਦੇ ਜਾਚਕ ਹਾਂ ਜੀ। ਇੰਨੀਆਂ ਕਿਉਂਕਿ ਸਾਰੀਆਂ ਪੁਰਾਣੀਆਂ ਬੈਠੀਆਂ ਹਨ, ਹੋਰ ਵੀ ਬੋਲਣਾ ਹੈ ਅਤੇ ਮੁਆਫ਼ ਕਰਨਾ ਜੀ ਜੇ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਵੇ। ਇੰਨੇ ਲਫ਼ਜ਼ਾਂ ਨਾਲ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਕੁਲਦੀਪ ਸਿੰਘ ਜੀ ਲੱਸ਼ਰ ਉਹਨਾਂ ਦਾ, ਜਿਨ੍ਹਾਂ ਨੇ ਬਾਪੂ ਜੀ ਦੀ ਜੀਵਨੀ, ਜੋ ਕੁਝ ਗੱਲਾਂ ਸਾਨੂੰ ਵੀ ਨਹੀਂ ਪਤਾ, ਕਿਉਂਕਿ ਹਰ ਵੇਲੇ ਸਿਰਫ ਗੁਰਬਾਣੀ ਦੀਆਂ, ਰੱਬ ਦੀਆਂ ਗੱਲਾਂ, ਪਰਮਾਤਮਾ ਦੀਆਂ ਸਾਡੇ ਨਾਲ ਕਰਦੇ ਰਹੇ ਸਨ, ਉਹ ਸਾਂਝੀਆਂ ਕੀਤੀਆਂ। ਬੇਨਤੀ ਹੈ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਵੱਲ, ਬਹੁਤ ਨਜ਼ਦੀਕੀ ਰਿਸ਼ਤੇਦਾਰ ਪਹੁੰਚੇ ਹਨ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸੰਗਤਾਂ ਨਾਲ ਸਾਂਝ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਦਾ ਬੜਾ ਪਿਆਰਾ ਸ਼ਲੋਕ ਕਿ ਜਨਨੀ ਜਨੇ ਤ ਭਗਤ ਜਨ ਕਹਿ ਦਾਤਾ ਕੈ ਸੂਰ, ਜਾਂ ਫਿਰ ਜਨਨੀ ਬਾਂਝ ਰਹੇ
काहे गो आवे नूर। संग चलत है हम भी चलना। दुनियावी काफिला उपजे निपजे निपज समाई निरंतर चलता है। मनुख का जन्म हो रहा है, मनुख वड्डा हो रहा है, बिरध हो रहा है, तो वापस समा रहा है। डॉक्टर बलवंत सिंह जी जिन्होंने असीं चाचा जी कहते सां, मेरी उन्होंने नाल पछाण 1978 तो है। जो कुलदीप सोहनी कैनेडा आए तो साढ़े आपस में संबंध बने। चाचा जी अक्सर हर साल या एक साल छड्ड के मिसिसिपी तो इत्थे आउंदे सन ते महाराज का स्वरूप जिहड़ा उन्हां दे घर हुंदा सी उन्हां नूं नाल ही लैके आउंदे सन। उन्हां दी कार दे नाल ही ट्रैवल करदे सन। इत्थे भी आके असीं कोई चंद परिवार ही सां रिश्तेदारियां दे विच हर हफ्ते, बेशक साडा जीवन कुछ वक्री तरह का सी उस समय च, पर उन्होंने कोशिश सी कि हर हफ्ते जिन्ने भी उन्हें 5-6 हफ्ते रहना वक्रे वक्रे घरां दे विच गुरु साहब जी दे जाके प्रकाश करना, कथा कीर्तन ते कोशिश करनी कि इन्हां परिवारां नूं भी इधर लाया जाए। डॉक्टर साहब का जिहड़ा धार्मिक जीवन है, जिहड़ा पक्ष है, वो तुसीं सारे जानते हो। उन्होंने जीवन के कुछ पल पक्ष मैं तुहाडे नाल साझे करांगा। बहुत सारे कुलदीप सिंह ने साझे कीते ने। एक तो वो ह्यूमन राइट एक्टिविस्ट सन। गुरुआं दे आशे अनुसार वो मनुखता की भलाई लई उन्हां दे राजसी हक लैण लई राजनीतिक तौर पर भी इन्वॉल्व सन। अमरीका दे विच आके जदों उन्होंने डॉक्टरेट की तो प्रोफैशन वाज जो एज ए टीचर वो पासागोला मिसिसिपी स्टेट दे विच उन्हां दा उत्थे पढ़ाउंदे सन। सानू भी एक बार जाण का मौका मिले बच्चों के नाल, असीं कोई 3 दिन उत्थे रहे। वो रिपब्लिकन पार्टी ऑफ अमेरिका के मैंबर सन। 2 ही वड्डियां पार्टियां ने, रिपब्लिकन्स एंड डेमोक्रेट्स। तो डॉक्टर साहब रिपब्लिकन पार्टी ऑफ अमेरिका के मैंबर सन। तो हर साल जिहड़ी उन्हां दी कन्वेंशन हुंदी सी लेट 60s तो लैके 80s तक, उन्हां दे विच डेलीगेट बन के जाते सन तो पूरे पहरावे दे नाल जाते सन, जिस तरह तुसीं उन्हां नूं देखिया। तो बहुत वड्डा जिहड़ा सिक्खी का मैसेज अमेरिकनस दे मनां विच दिखाई दिंदा सी, बकायदा पहरावे दे विच। स्कूल दे विच भी एज ए टीचर हो जाते सन तो बकायदा पहरावे विच जाते सन। उस तरह पहरावे च चोला, दस्तार, खंडा, उस तरह ही उन्होंने अपनी पहचान नूं, जो सिक्खी की पहचान नूं, उसनूं लैके वो अमरीका विच विचरे तो लोकां विच अपनी जिहड़ी वो दिख है वो बनाई। 1984 का घल्लूघारा जून दे विच होया। तो पहला ननकाणा साहब गुरु नानक साहब जी दे पुरब आया। असीं सलाह की कि ननकाणा साहब जाया जाए। चाचा जी का फोन आया मैनू, इत्थों इन्होंने बेनती की मेरे साथियों ने कि तुसीं जाओ, क्योंकि उस दफ़े अफवाहां इहो जिहियां सन कि
ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸ਼ਾਇਦ ਸਰੀਰਕ ਤੌਰ 'ਤੇ ਜਿੰਦਾ ਨੇ ਤੇ ਪਾਕਿਸਤਾਨ ਦੇ ਵਿੱਚ ਨੇ, ਤੇ ਅਫਵਾਹ ਸੀ ਜੇ ਹੋਏ ਤੇ ਉੱਥੇ ਉਹ ਜ਼ਰੂਰ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਅਸੀਂ ਇਕੱਠੇ ਟਰੈਵਲ ਕੀਤਾ, ਇਕੱਠੇ ਰਹੇ ਉੱਥੇ ਕਈ ਦਿਨ। ਉੱਥੇ ਉਹਨਾਂ ਦਾ ਰੋਲ ਜਿਹੜਾ ਸੀਗਾ, that was very impressive ਰੋਲ। ਜਿਸ ਤਰ੍ਹਾਂ ਕੋਈ ਸੀਕ੍ਰੇਟ ਸਰਵਿਸ ਦੇ ਏਜੰਟ ਦਾ ਰੋਲ ਹੋਵੇ, ਤੁਸੀਂ ਵੀ ਦੇਖਿਆ ਕਿ ਜ਼ਿਆਦਾ ਗੱਲ ਨਹੀਂ ਕਰਨੀ, ਪਿੱਛੇ ਉੱਠ ਕੇ ਬੈਠ ਜਾਣਾ, ਦਖਲਅੰਦਾਜ਼ੀ ਨਹੀਂ ਕਰਨੀ, ਕਿਸੇ ਨਾਲ ਆਰਗੂਮੈਂਟ ਨਹੀਂ ਕਰਨਾ ਤੇ ਕਿਸੇ ਦਾ ਹਿਰਦਾ ਨਹੀਂ ਦਿਖਾਉਣਾ। ਇੱਕ ਦਿਨ ਅਸੀਂ ਉੱਥੋਂ 4 ਕਿਲੋਮੀਟਰ ਕਿਸੇ ਪਿੰਡ ਵਿੱਚ ਜਾਣਾ ਸੀ ਤੇ ਲੋਕ ਕਹਿਣ ਕਾਰ ਟੈਕਸੀ ਕਰ ਲਓ। ਚਾਚਾ ਜੀ ਕਹਿੰਦੇ ਨਹੀਂ, ਨਵੰਬਰ ਦਾ ਪਹਿਲਾ ਹਫ਼ਤਾ ਹੈ, ਮੌਸਮ ਬੜਾ ਖੂਬਸੂਰਤ ਹੈ, ਬਾਹਰ ਬੜਾ ਬਹੁਤ ਸਰੋਂ ਦੀ ਖੁਸ਼ਬੂ ਹੈ, ਕਣਕਾਂ ਵੱਡੀਆਂ ਉੱਗ ਰਹੀਆਂ ਨੇ, ਆਪਾਂ ਟਾਂਗਾ ਲੈ ਕੇ ਚੱਲਾਂਗੇ। ਸਾਨੂੰ ਨਨਕਾਣਾ ਸਾਹਿਬ ਦੀ ਹਦੂਦ 'ਤੇ ਰੋਕ ਲਿਆ ਗਿਆ ਕਿ ਤੁਸੀਂ ਜਾ ਨਹੀਂ ਸਕਦੇ। ਐਂਡ ਚਾਚਾ ਜੀ ਸਟੂਡ ਫਾਰ ਹਿਜ਼ ਰਾਈਟਸ, ਹੀ ਸੇਡ ਨੋ, ਅਸੀਂ ਜਾਵਾਂਗੇ। ਇਹ ਮੁੰਡਾ ਕੈਨੇਡੀਅਨ ਹੈ ਤੇ ਮੈਂ ਅਮਰੀਕਨ ਹਾਂ, ਯੂ ਕੈਨਟ ਸਟਾਪ ਅਸ। ਉਹ ਵਿਚਾਰੇ ਨੂੰ ਪਤਾ ਨਹੀਂ ਸੀ, ਸਿਪਾਹੀ ਨੂੰ ਕਹਿੰਦਾ ਟੇਕ ਅਸ ਯੂਰ DSP ਔਰ SSP ਐਂਡ ਵੀ ਵੈਂਟ ਦੇਅਰ। ਚਾਚਾ ਜੀ ਕਨਵਿੰਸਡ ਹਿਮ, ਯੂ ਕੈਨ ਨਾਟ ਸਟਾਪ ਅਸ, ਵੀ ਆਰ ਨਾਟ ਇੰਡੀਅਨ ਸਿਟੀਜ਼ਨਸ। ਸੋ ਅਸੀਂ ਉੱਥੇ ਗਏ। ਦੂਸਰੇ ਤੀਸਰੇ ਦਿਨ ਮੈਨੂੰ ਕਹਿੰਦੇ ਵੀ ਤੈਨੂੰ ਆਪਣਾ ਪਿੰਡ ਦਿਖਾ ਕੇ ਲਿਆਉਣਾ ਹੈ, ਜਿੱਥੇ ਜਾ ਕੇ ਇਹਨਾਂ ਦੇ ਵਡੇਰੇ ਵਸੇ ਸਨ ਤੇ ਜਿੱਥੇ ਇਹਨਾਂ ਦਾ ਜਨਮ ਵੀ ਹੋਇਆ। ਸਰ ਜਰਨੈਲ ਸਿੰਘ ਜੀ ਦਾ, ਸਰ ਮੋਹਨ ਸਿੰਘ ਹੋਣਾ ਦਾ, ਡਾਕਟਰ ਸਾਹਿਬ ਦਾ। ਪਾਕਿਸਤਾਨ ਬਣਨ ਤੋਂ ਪਹਿਲਾਂ ਥੋੜ੍ਹੇ ਹੀ ਦਿਨ ਪਹਿਲਾਂ ਇਹਨਾਂ ਨੇ, ਥੋੜ੍ਹੇ ਹੀ ਸਾਲ ਪਹਿਲਾਂ ਇਹਨਾਂ ਨੇ ਆਪਣੇ ਮਕਾਨ ਬਣਾਏ ਸਨ ਤੇ ਅਸੀਂ ਉਹਨਾਂ ਮਕਾਨਾਂ ਵਿੱਚ ਵੀ ਗਏ। ਪੁਰਾਣੇ ਮੇਰੀ ਉਮਰ ਦੇ ਲੋਕਾਂ ਨੂੰ ਪਤਾ ਹੈ ਕਿ ਉਦੋਂ ਟਾਈਲਸ ਲੱਗਦੀਆਂ ਸਨ ਉੱਤੇ ਬਾਲਿਆਂ ਦੇ ਉੱਤੇ, ਤੇ ਗੁਰਮੁਖੀ ਦੇ ਵਿੱਚ ਇਹਨਾਂ ਤਿੰਨਾਂ ਭਰਾਵਾਂ ਦੇ ਨਾਂ ਲਿਖੇ ਹੋਏ ਸਨ ਉੱਥੇ ਉਸ ਸਮੇਂ 'ਚ। ਅਸੀਂ ਉਸ ਦੇ ਘਰ ਗਏ ਤੇ ਉਹ ਕਹਿੰਦੇ ਵੀ ਅਸੀਂ ਫਲਾਣੇ ਬੰਦੇ ਨੂੰ ਮਿਲਣਾ ਹੈ। ਉਹ ਕਹਿੰਦੇ ਜੀ ਕਿ ਆਫਟਰਨੂਨ ਦੀ ਨਮਾਜ਼ ਦਾ ਟਾਈਮ ਹੈ ਤੇ ਉਹ ਤੇ ਨਮਾਜ਼ ਪੜ੍ਹਨ ਮਸਜਿਦ 'ਚ ਗਏ ਨੇ। ਚਾਚਾ ਕਹਿੰਦੇ ਸਾਨੂੰ ਵੀ ਮਸਜਿਦ 'ਤੇ ਲੈ ਚਲੋ, ਅਸੀਂ ਵੀ ਨਮਾਜ਼ ਪੜ੍ਹਾਂਗੇ। ਸੋ ਨਮਾਜ਼ ਦੀ ਸਾਨੂੰ ਸਮਝ ਤੇ ਨਹੀਂ ਸੀ, ਪਰ ਚਲੋ ਖੁਦਾ ਦਾ ਘਰ ਸੀ। ਅਸੀਂ ਪਿਛਲੀ ਰੋਅ ਦੇ ਵਿੱਚ ਉਹਨਾਂ ਦਾ ਅਕੀਦਾ ਸੀ, ਉਹ ਦੁਆ ਕਰਦੇ ਰਹੇ ਤੇ ਅਸੀਂ ਆਪਣੇ ਤਰੀਕੇ ਦੇ ਨਾਲ ਅਰਦਾਸ ਕਰਦੇ ਰਹੇ। ਇੰਨੀ ਸਾਦਗੀ, ਇੰਨੀ ਐਜੂਕੇਸ਼ਨ, ਇੰਨੀ ਨੌਲੇਜ। ਦੂਸਰਾ ਵਾਕਿਆ ਮੈਂ ਦੱਸਣਾ ਚਾਹਾਂਗਾ, ਅੱਜ ਤੋਂ ਤਕਰੀਬਨ 10-15 ਸਾਲ ਦੀ 12 ਸਾਲ ਦੀ ਪਹਿਲਾਂ ਦੀ ਗੱਲ ਹੈ। ਮੈਂ ਜਾਣਾ ਸੀ ਦੇਸ਼ ਨੂੰ ਤੇ ਕੁਲਦੀਪ ਸਿੰਘ ਹੋਣਾ ਕੋਲ ਮੈਂ ਟੈਲੀਫੋਨ ਲਿਆ ਤੇ ਮੈਂ ਇਹ ਕਹਿੰਦੇ ਨੇ ਕਿ ਉੱਥੇ ਮਹਿਤਪੁਰ ਦੇ ਲਾਗੇ ਗੁਰਦੁਆਰਾ ਸਾਹਿਬ ਆ, ਬੁਲੰਦਪੁਰੀ ਬੁਲੰਦਾ ਪਿੰਡ ਹੈ, ਉੱਥੇ ਨੇ। ਤੇ ਮੈਂ ਕਿਹਾ ਮੈਂ ਦਰਸ਼ਨ ਕਰਨੇ ਨੇ ਚਾਚਾ ਜੀ ਦੇ। ਮੈਂ ਜਲੰਧਰ ਤੋਂ ਫੋਨ ਕੀਤਾ ਤੇ ਚਾਚਾ ਜੀ, ਮੈਂ ਕਿਹਾ ਵੀ ਮੈਂ 2 ਘੰਟੇ ਤੱਕ ਪਹੁੰਚਾਂਗਾ। ਉਹ ਕਹਿੰਦੇ ਆ ਜਾਓ, ਮੈਂ ਇੱਥੇ ਹੀ ਹਾਂ। ਜਦੋਂ ਮੈਂ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਮੱਥਾ ਟੇਕਿਆ ਤੇ ਉਹ ਟੈਲੀਫੋਨ ਨਾ ਚੱਕਣ, ਮੈਨੂੰ ਬੜੀ ਪਰੇਸ਼ਾਨੀ ਹੋਈ। ਮੈਂ ਉੱਥੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਉਹ ਬਾਬਾ ਜੀ ਤੇ ਫੋਨ ਨਹੀਂ ਚੱਕਦੇ। ਮੈਂ ਤੇ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਹੈ। ਉਹ ਕਹਿੰਦੇ ਕਿ ਉੱਥੇ ਲੈਂਟਰ ਪੈ ਰਿਹਾ ਹੈ, ਲੰਗਰ ਹਾਲ ਬਣ ਰਿਹਾ ਸੀ ਉਦੋਂ, ਤੇ ਲੈਂਟਰ ਪੈ ਰਿਹਾ, ਉੱਥੇ ਸੇਵਾ ਕਰ ਦੇਣਗੇ, ਤੁਸੀਂ ਉੱਥੇ ਚੱਲ ਜਾਓ। ਉਹਨਾਂ ਦੀ ਉਮਰ ਉਸ ਵੇਲੇ ਲੇਟ 70s ਦੇ ਵਿੱਚ ਹੋਏਗੀ, 80 ਦੇ ਕਰੀਬ ਹੋਣਗੇ। ਮਸਾਲਾ ਮਿਕਸਚਰ ਸੀਮੈਂਟ ਰੇਤਾ ਦਾ ਤਿਆਰ ਹੋ ਰਿਹਾ ਹੈ ਤੇ ਡਾਕਟਰ ਸਾਹਿਬ ਨੇ ਆਪਣਾ ਲੱਕ ਬੰਨਿਆ ਹੋਇਆ ਹੈ ਪਰਨੇ ਦੇ ਨਾਲ, ਸਰੋਪੇ ਦੇ ਨਾਲ, ਤੇ ਕਈ ਦੇ ਨਾਲ ਭਰ ਕੇ ਉਹ ਦਾਬੜੇ ਦੇ ਵਿੱਚ, ਲੁਹਾਂਡੇ ਦੇ ਵਿੱਚ ਲੋਕਾਂ ਦੇ ਸਿਰਾਂ 'ਤੇ ਚੁਕਾ ਰਹੇ ਨੇ ਤੇ ਮੁੜਕੋ ਮੁੜਕੀ ਹੋਏ ਪਏ। ਤੇ ਉਹ ਮਿਕਸਚਰ ਵੀ ਚੱਲ ਰਿਹਾ ਤੇ ਆਵਾਜ਼ ਟੈਲੀਫੋਨ ਦੀ ਕਿੱਥੇ ਸੁਣਨੀ ਸੀ। ਤੇ ਮੈਂ ਦੇਖਿਆ, ਮੈਂ ਇੱਕ ਪਾਸੇ ਖੜਾ ਹੋ ਗਿਆ, ਕਿਉਂਕਿ ਉਹ ਥੋੜ੍ਹੀ ਦੇਰ ਦਾ ਹੀ ਕੰਮ ਹੁੰਦਾ ਹੈ, ਕਿਉਂਕਿ ਉਹ ਇਹੋ ਜਿਹਾ ਕੰਮ ਹੈ ਕਿ ਥੋੜ੍ਹੀ ਦੇਰ 'ਚ ਹੀ ਕੰਪਲੀਟ ਕਰਨਾ ਹੁੰਦਾ ਹੈ। ਬਾਅਦ ਦੇ ਵਿੱਚ ਮਿਲੇ, ਕਹਿੰਦੇ ਨਾਲ ਹੀ ਉੱਥੇ ਪੁਰਾਣੀਆਂ ਸੰਗਤਾਂ ਜਿਹੜੀਆਂ ਜਾਂਦੀਆਂ ਨੇ, ਉਦੋਂ ਲੰਗਰ ਹਾਲ ਦਾ ਜਿਹੜਾ ਉਦੋਂ ਕਮਰਾ ਸੀ, ਕਹਿੰਦੇ ਆ ਜਾਓ ਬੈਠੋ, ਇੱਕ ਪ੍ਰਸ਼ਾਦਾ ਛਕੋ। ਇੱਕ ਪ੍ਰਸ਼ਾਦਾ ਛਕਿਆ, ਹਾਲੇ ਪ੍ਰਸ਼ਾਦਾ ਛਕ ਹੀ ਰਹੇ ਸਨ। ਮੈਂ ਕਿਹਾ ਚਾਚਾ ਜੀ ਹਨੇਰਾ ਹੋ ਰਿਹਾ, ਹੁਣ ਚੱਲ ਜਾਣਾ। ਮੈਂ 8 ਵੱਜ ਗਏ ਨੇ ਰਾਤ ਦੇ।
ਤੇ ਇੱਕ ਸਿੰਘ ਆ ਗਿਆ, ਕਹਿੰਦੇ ਬਾਬਾ ਜੀ ਮੇਰੀ ਬੇਨਤੀ ਹੈ ਕਿ ਮੇਰੇ ਨਾਲ ਅਮਰੀਕਾ ਉੱਥੇ ਚੱਲੋ, ਦਿੱਲੀ ਚੱਲੋ ਸਵੇਰੇ। ਕਹਿੰਦੇ ਕੀ ਕੰਮ ਹੈ? ਕਹਿੰਦੇ ਜੀ ਮੇਰੇ ਵੀਜ਼ੇ ਦੀ ਇੰਟਰਵਿਊ ਆ ਅਤੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ। ਕਹਿੰਦੇ ਚਲੋ ਜੀ ਦਿੱਲੀ ਨੂੰ ਚੱਲਦੇ ਹਾਂ। ਮੈਨੂੰ ਕਹਿੰਦੇ ਇੰਦਰਜੀਤ ਵੀ ਤੂੰ ਇੱਦਾਂ ਸਾਨੂੰ ਨਕੋਦਰ ਉੱਥੇ ਲਾ ਦੇਵੀਂ। ਅਤੇ ਮੈਂ ਕਿਹਾ ਚਾਚਾ ਰਾਤ ਨੂੰ ਹੁਣ ਬੱਸ ਉੱਥੇ 10 ਵਜੇ 9 ਵਜੇ ਕਿਹੜੀ ਚੱਲੇ? ਕਹਿੰਦੇ ਨਹੀਂ ਬੱਸਾਂ ਤਾਂ ਨਹੀਂ ਚੱਲਦੀਆਂ ਪਰ ਟਰੱਕ 'ਤੇ ਚੱਲਦੇ ਆ ਨਾ। ਸੋ ਰਾਤੋਂ ਰਾਤ ਹੀ ਉਹ ਸਿੰਘ ਦੇ ਨਾਲ ਜਾ ਕੇ ਉਹਨਾਂ ਨੇ ਟਰੈਵਲ ਕੀਤਾ। ਜਿਵੇਂ ਸਿੰਘ ਸਾਹਿਬ ਹੁਣੇ ਸਟੇਜ ਤੋਂ ਦੱਸ ਰਹੇ ਸਨ ਕਿ ਕਿਸੇ ਨੂੰ ਨਾ ਤਾਂ ਕਰਦੇ ਹੀ ਨਹੀਂ ਸਨ, ਕਿਸੇ ਨੂੰ ਨਾ ਨਹੀਂ ਸੀ ਕਰਦੇ। ਉਹਨਾਂ ਦੇ ਨਾਲ ਜਾ ਕੇ ਉਹਨਾਂ ਦਾ ਕੰਮ ਕਰਵਾਇਆ। ਔਰ ਮੈਂ ਸਮਝਦਾ ਕਿ ਜਿਹੜਾ ਸ਼ਬਦ ਬੜੇ ਹੀ ਵੈਰਾਗ ਦੇ ਵਿੱਚ ਹੁਣੇ ਹੀ ਸਾਡੇ ਨੌਜਵਾਨ ਬੱਚੇ ਕੀਰਤਨੀ ਜਥਾ ਪੜ੍ਹ ਰਿਹਾ ਸੀ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਇਹ ਇਹਨਾਂ ਵਾਸਤੇ ਹੀ ਹੈ, ਇਹ ਇਹਨਾਂ ਵਾਸਤੇ ਹੈ, ਸਾਡੇ ਵਰਗੇ ਲੋਕਾਂ ਵਾਸਤੇ ਨਹੀਂ ਹੈ। ਇਹ ਹਲਤ ਵੀ ਸਵਾਰਦੇ ਨੇ, ਪਲਤ ਵੀ ਸਵਾਰਦੇ ਨੇ, ਆਲਾ ਵੀ ਸਵਾਰਦੇ ਨੇ, ਦੁਆਲਾ ਵੀ ਸਵਾਰਦੇ ਨੇ, ਕੁੱਲ ਵੀ ਸਵਾਰਦੇ ਨੇ, ਪਰਿਵਾਰ ਵੀ ਸਵਾਰਦੇ ਨੇ, ਅਤੇ ਸਮਾਜ ਨੂੰ ਵੀ ਅਤੇ ਦੇਸ਼ ਨੂੰ ਵੀ ਸਵਾਰਦੇ ਨੇ। ਇਹਨਾਂ ਲੋਕਾਂ ਵਾਸਤੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਜੋਤੀ ਜੋਤ ਸਮਾ ਗਏ ਨੇ। ਬਾਕੀਆਂ ਦਾ ਮਰਨ ਹੁੰਦਾ ਹੈ, ਬਾਕੀਆਂ ਨੇ ਜੂਨਾਂ ਵਿੱਚ ਆਉਣਾ ਹੁੰਦਾ ਹੈ, ਇਹ ਜੋਤੀ ਜੋਤ ਸਮਾਉਂਦੇ ਨੇ। ਪੰਜਾਂ ਤੱਤਾਂ ਦਾ ਜੋ ਸਰੀਰ ਹੈ, ਜੋ ਪੁਤਲਾ ਹੈ, ਪੰਜ ਤੱਤ ਇਕੱਠੇ ਹੁੰਦੇ ਨੇ ਅਤੇ ਮਨੁੱਖੀ ਸਰੀਰ ਬਣਦਾ ਹੈ। ਬਿਖਰਦੇ ਨੇ ਅਤੇ ਮਨੁੱਖ ਉੱਥੇ ਵਾਪਸ ਚਲਾ ਜਾਂਦਾ ਜਿੱਥੋਂ ਹੁੰਦਾ ਹੈ। ਸੂਰਜ ਕਿਰਨ ਰਲੀ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਮਿਲੇ ਸੰਪੂਰਨ ਥੀ ਆਰਾਮ। ਕੰਪਲੀਸ਼ਨ ਆਫ ਲਾਈਫ ਹੈ ਉਹਨਾਂ ਦੀ, ਉਹ ਸਿਰਫ ਇਸੇ ਜਨਮ 'ਚ ਹੀ ਹੋ ਸਕਦੀ ਹੈ, ਔਰ ਉਹ ਇਸੇ ਜਨਮ 'ਚ ਕਰਕੇ ਗਏ ਨੇ। ਮੈਂ ਸਿਰਫ ਦੋ ਇਹੋ ਜਿਹਾ, ਕਾਫੀ ਉਮਰ ਹੋ ਗਈ ਹੈ, ਦੋ ਇਹੋ ਜਿਹੇ ਪਰਸਨੈਲਿਟੀ ਨੂੰ ਹੁਣ ਤੱਕ ਮਿਲਿਆ ਹੈ ਮੈਂ, ਜਿਨ੍ਹਾਂ ਨੂੰ ਮੈਂ ਮਹਾਂਪੁਰਖ ਕਹਿ ਸਕਦਾ, ਜਿਹੜੇ ਜਨਮ ਸਵਾਰ ਕੇ ਗਏ ਨੇ। ਉਹਨਾਂ ਵਿੱਚੋਂ ਇੱਕ ਸਨ ਡਾਕਟਰ ਸਾਹਿਬ ਬਲਵੰਤ ਸਿੰਘ ਜੀ ਲੱਛੜ ਸਾਹਿਬ। ਔਰ ਅਸੀਂ ਉਹਨਾਂ ਨਾਲ, ਕਿਉਂਕਿ ਸਾਡਾ ਇੱਕ ਦੁਨਿਆਵੀ ਰਿਸ਼ਤਾ ਵੀ ਸੀ, ਬਹੁਤ ਵਾਰੀ ਅਸੀਂ ਉਹਨਾਂ ਨੂੰ ਸ਼ੁਗਲ ਦੀਆਂ ਗੱਲਾਂ ਵੀ ਕਰਦੇ ਸਨ, ਔਰ ਉਹਨਾਂ ਨੇ ਹਾਸੇ ਨਾਲ ਉਹ ਗੱਲ ਟਾਲ ਦੇਣੀ, ਹਾਸੇ ਨਾਲ ਗੱਲ ਟਾਲ। ਇੱਕ ਹੋਰ ਖੂਬੀ ਜਿਹੜੀ ਤੁਸੀਂ ਜਾਣਦੇ ਹੋ, ਉਹ ਕਦੀ ਕਿਸੇ ਨੂੰ ਤੂੰ ਕਹਿ ਕੇ ਨਹੀਂ ਬੁਲਾਉਂਦੇ ਸਨ। ਛੋਟੇ ਤੋਂ ਛੋਟੇ ਬੱਚੇ ਨੂੰ ਵੀ ਉਹਨਾਂ ਨੂੰ ਤੁਸੀਂ ਕਹਿਣਾ, ਤੁਸੀਂ ਬੇਟਾ ਜੀ ਇਸ ਤਰ੍ਹਾਂ ਕਰ ਲਓ, ਤੁਸੀਂ ਇਸ ਤਰ੍ਹਾਂ ਕਰ ਲਓ। ਨਿਮਰਤਾ ਦਾ ਪੁੰਜ, ਸਾਧੂ ਸੁਭਾਅ ਅਤੇ ਦੁਨਿਆਵੀ ਤੌਰ 'ਤੇ ਪਰਫੈਕਟ ਮਨੁੱਖ, ਜਿਨ੍ਹਾਂ ਨੇ ਆਪਣੀ ਔਲਾਦ ਨੂੰ ਅੱਛੀ ਐਜੂਕੇਸ਼ਨ ਦਿੱਤੀ, ਸਮਾਜ ਦੇ ਵਿੱਚ ਵੀ ਰਹੇ, ਪਰ ਦੁਨਿਆਵੀ ਮੋਹ ਮਾਇਆ ਦੇ ਜਾਲ ਦੇ ਵਿੱਚ ਉਸ ਤੋਂ ਪਰਾਂ ਰਹੇ। ਦਤਸ਼ਾਹੀ ਸਿੰਘ ਸਾਹਿਬ ਦੱਸ ਰਹੇ ਸੀ ਕਿ ਅੱਜ 15 ਗੁਰਦੁਆਰਿਆਂ 'ਚ ਦੁਨੀਆ ਦੇ ਵਿੱਚ ਇਸ ਤੋਂ ਵੱਡੀ ਕਮਾਈ ਕਿਸੇ ਦੀ ਕੀ ਹੋ ਸਕਦੀ ਹੈ, ਇਸ ਤੋਂ ਵੱਡੀ ਬਲੈਸਿੰਗ ਕਿਸੇ ਲਈ ਕੀ ਹੋ ਸਕਦੀ ਹੈ ਸੰਗਤੀ ਰੂਪ ਦੇ ਵਿੱਚ। ਉਹ ਸਾਡੇ 'ਤੇ ਦੁਨਿਆਵੀ ਤੌਰ 'ਤੇ ਇੱਕ ਪਰਿਵਾਰ ਦਾ ਹਿੱਸਾ ਸਨ। ਤੁਹਾਡੇ ਲਈ ਅਤੇ ਤੁਹਾਡੀ ਸੰਗਤ ਦਾ, ਜੋ ਸਾਡੀ ਸਾਰਿਆਂ ਦੀ ਸੰਗਤ ਹੈ, ਉਸ ਦਾ ਬਹੁਤ ਵਡੇਰਾ ਹਿੱਸਾ ਸਨ। ਜਿੰਨਾ ਉਹਨਾਂ ਨੇ ਪਿਆਰ ਸੰਗਤਾਂ ਨੂੰ ਕੀਤਾ, ਮੈਂ ਸਮਝਦਾ ਉਸ ਤੋਂ ਵੀ ਜ਼ਿਆਦਾ ਤੁਸੀਂ ਸੰਗਤਾਂ ਨੇ ਡਾਕਟਰ ਸਾਹਿਬ ਨੂੰ ਦਿੱਤਾ, ਅਤੇ ਅੱਜ ਉਹਨਾਂ ਦੇ ਪਰਿਵਾਰ ਦਾ ਸਤਿਕਾਰ ਕੀਤਾ। ਔਰ ਰਲ ਕੇ ਅਰਦਾਸ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ। ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਬਾਲ, ਜਿਨ੍ਹਾਂ ਨੇ ਜਿੱਥੇ ਬਾਪੂ ਜੀ ਦੇ ਜੀਵਨ ਬਾਰੇ ਦੱਸਿਆ, ਉਹਦੇ ਵਿੱਚੋਂ ਸਾਨੂੰ ਇੱਕ ਮੋਟੀਵੇਸ਼ਨ ਵੀ ਮਿਲਦੀ, ਕਿਸ ਤਰ੍ਹਾਂ ਘਾਲੀਆਂ, ਕਿਸ ਤਰ੍ਹਾਂ ਸਿੰਪਲ ਜੀਵਨ ਉਹਨਾਂ ਨੇ ਬਤੀਤ ਕੀਤਾ। ਅਸੀਂ ਤਾਂ ਸੰਗਤ ਦੇ ਰੂਪ ਵਿੱਚ ਦੇਖਿਆ ਵੀ ਉਹਨਾਂ ਨੇ ਸਿੰਪਲ ਜੀਵਨ ਬਤੀਤ ਕੀਤਾ, ਉਹ ਦੱਸ ਕੇ ਗਏ ਵੀ ਉਹਨੇ ਸਾਰੀ ਉਮਰ ਹੀ ਇਸ ਤਰ੍ਹਾਂ ਸਿੰਪਲੀ ਜੀਵਨ ਬਤੀਤ ਕੀਤਾ। ਇੱਕ ਸਾਡੇ ਵਾਸਤੇ ਇੱਕ ਲਾਈਫ ਲੈਸਨ ਹੈ ਕਿ ਇੱਥੇ ਨਾਰਥ ਅਮਰੀਕਾ, ਵੈਸਟਰਨ ਵਰਲਡ ਦੇ ਵਿੱਚ ਰਹਿ ਕੇ ਵੀ ਕਿਸ ਤਰ੍ਹਾਂ ਤੁਸੀਂ
ਸਿੰਪਲ ਜੀਵਨ ਰਹਿ ਕੇ ਜੋ ਦੁਨਿਆਵੀ ਕੰਮ ਕਰਨੇ ਉਹ ਵੀ ਕਰ ਸਕਦੇ ਹੋ, ਜੋ ਆਤਮਿਕ ਤੌਰ 'ਤੇ ਜੀਵਨ ਆਪਣਾ ਤੁਸੀਂ ਜਿੱਥੇ ਪਹੁੰਚਣਾ ਹੈ ਆਪਣਾ, ਉਹ ਵੀ ਤੁਸੀਂ ਆਪਣੀ ਕਮਾਈ ਕਮਾ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਬਲ ਦਾ। ਸਾਧ ਸੰਗਤ ਜੀ, ਬਾਪੂ ਜੀ ਦੇ ਦੋਹਤਰੇ ਆਨਰੇਬਲ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਬੈਂਸ, ਉਹਨਾਂ ਨੇ ਵੀ ਪਹੁੰਚਣਾ ਸੀ, ਪਹੁੰਚ ਨਹੀਂ ਸਕੇ, ਦੂਰ ਗਏ ਸਨ ਬਾਹਰ। ਉਹ ਵੀ ਆਪਣਾ ਵਾਰਮ ਵਿਸ਼ੇਸ ਭੇਜਦੇ ਹਨ। ਸਾਡੇ ਕੋਲ ਭੈਣ ਜੀ ਸੋਨੀਆ ਸਿੱਧੂ ਜੀ, ਜੋ MP ਆਪਣੇ ਬਰੈਂਪਟਨ ਤੋਂ ਹਨ ਲਿਬਰਲ ਪਾਰਟੀ ਦੇ, ਉਹ ਵੀ ਪਹੁੰਚੇ ਹਨ। ਉਹਨਾਂ ਨੂੰ ਵੀ ਬੇਨਤੀ ਹੈ ਸੰਗਤਾਂ ਨਾਲ ਕੁਝ ਸ਼ਬਦ ਸਾਂਝੇ ਕਰਨ ਜੀ। ਉਸ ਤੋਂ ਉਪਰੰਤ ਥੋੜ੍ਹਾ ਸਮਾਂ ਆਪ ਜੀ ਦਾ ਹੋਰ ਲੈਣਾ ਹੈ, ਇਸੇ ਤਰ੍ਹਾਂ ਪਿਆਰ ਸਹਿਤ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਡਾਕਟਰ ਬਲਵੰਤ ਸਿੰਘ ਜੀ, ਜਿਨ੍ਹਾਂ ਨੂੰ ਖੰਡੇ ਵਾਲੇ ਬਾਪੂ ਜੀ ਵੀ ਕਹਿੰਦੇ ਸੀ, ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਇਕੱਠੇ ਹੋਏ ਹਾਂ। ਅਤੇ ਬਹੁਤ ਹੀ ਸਾਰਿਆਂ ਨੂੰ ਚੰਗਾ ਲੱਗਾ ਹੋਊਗਾ ਕਿ 15 ਥਾਵਾਂ ਦੇ ਵਿੱਚ ਉਹਨਾਂ ਦੇ ਲਈ ਅਰਦਾਸ ਹੋ ਰਹੀ ਹੈ। ਕੱਲ੍ਹ ਜਦੋਂ ਅਸੀਂ ਦੇਖ ਰਹੇ ਸੀ, ਸਰਦਾਰ ਸਰਬਜੀਤ ਸਿੰਘ ਲੱਛਰ ਜਦੋਂ ਮੈਨੂੰ ਦਿਖਾ ਰਹੇ ਸੀ ਉਹਨਾਂ ਦੀ ਅੰਤਮ ਯਾਤਰਾ ਦਾ ਦ੍ਰਿਸ਼, ਦੇਖਣ ਵਾਲਾ ਸੀ ਕਿ ਸੈਂਕੜੇ ਹੀ ਲੋਕ ਉਹਨਾਂ ਦੇ ਨਾਂ ਦੇ ਪਿੱਛੇ ਚੱਲ ਰਹੇ ਸੀ। ਅਤੇ ਉਹ ਬਹੁਤ ਹੀ ਸਾਨੂੰ ਦਿਸ਼ਾ ਦੇਣ ਵਾਲਾ ਸੀ ਕਿ ਕਿਸ ਤਰ੍ਹਾਂ ਦਾ ਮੈਸੇਜ ਦੇ ਕੇ ਗਏ ਆ। ਮੈਂ ਉਹਨਾਂ ਦੀ ਬਾਇਓਗ੍ਰਾਫੀ ਵੀ ਪੜ੍ਹੀ ਆ। ਜਦੋਂ ਮੈਂ ਬਾਇਓਗ੍ਰਾਫੀ ਪੜ੍ਹ ਰਹੀ ਸੀ, ਉਹਨਾਂ ਦੀ ਲਾਅ ਦੀ ਡਿਗਰੀ, ਚਾਹੇ ਉਹਨਾਂ ਨੇ PhD ਦੀ ਡਿਗਰੀ ਜਿਹੜੀ ਸਟੇਟਸ ਦੇ ਵਿੱਚ ਕੀਤੀ, ਕਿੰਨੇ ਆਪਣੇ ਸਟੂਡੈਂਟਸ ਨੂੰ ਉਹਨਾਂ ਨੇ ਇਨਲਾਈਟਨ ਕੀਤਾ। ਮੈਨੂੰ ਵੀ 2 ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਕਿੰਨੀ ਸਾਦਗੀ ਸੀ ਉਹਨਾਂ ਦੇ ਜੀਵਨ ਦੇ ਵਿੱਚ। ਅਤੇ ਸਾਨੂੰ ਜਿਵੇਂ ਉਹਨਾਂ ਨੇ ਸਾਰੇ ਬੱਚਿਆਂ ਨੂੰ ਆਪਣਾ ਸਿਕਸ਼ਾ ਦਿੱਤੀ ਸਾਦਗੀ ਦੀ, ਪਰਮਾਤਮਾ ਨਾਲ ਜੁੜਨ ਦੀ, ਕਿ ਕਿੰਨੀ ਐਜੂਕੇਸ਼ਨ ਲੈ ਕੇ ਵੀ ਉਹ ਕਿੰਨੀ ਸਾਦਗੀ ਵਾਲੀ ਜ਼ਿੰਦਗੀ ਬਤੀਤ ਕਰਦੇ ਸੀ ਅਤੇ ਕਿੰਨੀ ਜਨਰੇਸ਼ਨ ਨੂੰ ਸੇਧ ਦਿੰਦੇ ਸੀ। ਚਾਹੇ ਉਹ ਸਾਡੇ ਵਿੱਚ ਨਹੀਂ ਰਹੇ, ਸਾਨੂੰ ਉਹਨਾਂ ਦੀ ਜ਼ਿੰਦਗੀ 'ਚੋਂ ਲੈਸਨ ਸਿੱਖ ਕੇ ਅਤੇ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਅਤੇ ਇਸੇ ਤਰ੍ਹਾਂ ਮੈਂ ਬਾਬਾ ਜੀ ਨਾਲ ਵੀ ਸਾਨੂੰ ਮਿਲਣ ਦਾ ਮੌਕਾ ਮਿਲਿਆ, ਅਤੇ ਉਹਨਾਂ ਦੇ ਉਸੇ ਤਰ੍ਹਾਂ ਨਾਲ ਹੀ ਅਸੀਂ ਉਹਨਾਂ ਦੇ ਕਦਮਾਂ 'ਤੇ ਚੱਲਣਾ ਚਾਹੀਦਾ ਹੈ। ਆਪਣੇ ਬੱਚਿਆਂ ਨਾਲ, ਜਿਵੇਂ ਇੱਥੇ ਸਕੂਲ ਵੀ ਚੱਲਦਾ ਹੈਗਾ, ਬਹੁਤ ਬੱਚਿਆਂ ਨਾਲ ਮਿਲਣ ਦਾ ਮੌਕਾ ਮਿਲਿਆ, ਅਤੇ ਸਾਨੂੰ ਉਹਨਾਂ ਦੇ ਜ਼ਿੰਦਗੀ 'ਚੋਂ ਲੈਸਨ ਲੈ ਕੇ ਅੱਗੇ ਚੱਲਣ ਦਾ ਮੌਕਾ ਜਿਹੜਾ ਸਾਰਿਆਂ ਨੂੰ ਦੇਣਾ ਚਾਹੀਦਾ ਹੈਗਾ। ਅਤੇ ਇਹਦੇ ਨਾਲ ਨਾਲ ਮੈਂ ਵੀ ਦੱਸਣਾ ਚਾਹੂੰਗੀ ਕਿ ਮੇਰੇ ਕੋਲੀਗ ਇਕਵਿੰਦਰ ਗਹੀਰ, ਰੂਬੀ ਦੇ ਡੈਡ ਵੀ ਬੈਠੇ ਸੀ, ਮਨਿੰਦਰ ਸਿੱਧੂ ਦੇ ਅੰਕਲ ਵੀ ਬੈਠੇ ਹੋਏ, ਸਾਰੀ ਹੀ ਟੀਮ। ਨਵਦੀਪ ਵੀਰ ਜੀ ਨਾਲ ਵੀ ਮੇਰੀ ਮੌਂਟਰੀਅਲ ਗੱਲ ਹੋਈ ਸੀ। ਮੈਂ ਸਾਰੀ ਹੀ ਟੀਮ ਵੱਲੋਂ ਡਾਕਟਰ ਬਲਵੰਤ ਸਿੰਘ ਜੀ, ਬਾਪੂ ਜੀ ਖੰਡੇਵਾਲਾ ਜੀ ਨੂੰ ਮੈਂ ਸ਼ਰਧਾਂਜਲੀ ਪੇਸ਼ ਕਰਦੀ ਹਾਂ ਅਤੇ ਆਸ ਕਰਦੀ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣਾ ਨਿਵਾਸ ਬਖਸ਼ਣ। ਬਹੁਤ ਉੱਚੀ ਸ਼ਖਸੀਅਤ ਸੀ ਅਤੇ ਅਸੀਂ ਸਾਰੇ ਹੀ ਉਹਨਾਂ ਦੇ ਜੀਵਨ ਤੋਂ ਕੁਝ ਸਿੱਖਾਂਗੇ। ਅਤੇ ਇਸੇ ਹੀ ਤਰ੍ਹਾਂ ਨਾਲ ਜਿਵੇਂ ਉਹਨਾਂ ਨੇ ਇਨਲਾਈਟਨ ਕੀਤਾ ਹੈ, ਆਪਣਾ ਸਾਰੇ ਪਰਿਵਾਰ ਦੀ ਤਰ੍ਹਾਂ ਸਮਝਦੇ ਸੀ ਬੱਚਿਆਂ ਨੂੰ, ਇਸੇ ਤਰ੍ਹਾਂ ਅਸੀਂ ਉਹਨਾਂ ਦੀ ਜ਼ਿੰਦਗੀ ਤੋਂ ਲੈਸਨ ਲਵਾਂਗੇ। ਅਖੀਰ ਦੇ ਵਿੱਚ ਇਹਨਾਂ ਨੇ ਕਹਿੰਦੀ ਹੋਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਹਨ ਭੈਣ ਜੀ ਸੋਨੀਆ ਸਿੱਧੂ ਜੀ ਦਾ, ਜਿਨ੍ਹਾਂ ਨੇ ਦਰਬਾਰ ਸਾਹਿਬ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਆਪਣੇ ਵੱਲੋਂ। ਇੱਕ ਚੀਜ਼ ਸੀ ਬਾਪੂ ਜੀ ਦੀ, ਕਿਸ ਨੂੰ ਇੱਕ ਵਾਰ ਵੀ ਮਿਲ ਜਾਂਦੇ ਸਨ ਤਾਂ ਉਹ ਯਾਦ ਰਹਿੰਦਾ ਸੀ ਸਾਰਿਆਂ ਨੂੰ। ਭੈਣ ਜੀ ਕਹਿੰਦੇ ਸਾਨੂੰ 2 ਵਾਰੇ ਮਿਲੇ, ਕੁਛ ਨਾ ਕੁਛ ਮੈਸੇਜ ਉਹ ਦੇ ਕੇ, ਜੋ ਤੁਹਾਨੂੰ ਲਾਈਫ ਲੌਂਗ ਮੈਸੇਜ ਮਿਲਦਾ ਜਦੋਂ ਵੀ ਮਿਲਦੇ ਸੀ। ਕਿਸੇ ਨੂੰ ਛੋਟੀ ਜਿਹੀ ਗੱਲ ਕਰਨੀ, ਭਾਵੇਂ ਥੋੜ੍ਹੇ ਚਿਰ ਲਈ ਕਰਨੀ, ਬਹੁਤ ਕੁਝ ਸਾਂਝ ਕਰਦੇ ਸਨ। ਸਾਧ ਸੰਗਤ ਜੀ, ਹੁਣ ਬਾਪੂ ਜੀ ਦੇ ਬੇਟੇ ਰਵਿੰਦਰਜੀਤ ਸਿੰਘ ਜੀ, ਜੋ ਕੈਲੀਫੋਰਨੀਆ ਤੋਂ, ਉਹਨਾਂ ਨੇ ਆਡੀਓ ਕਲਿੱਪ ਭੇਜੀ ਹੈ, ਉਹ ਸੰਗਤ ਨਾਲ ਸਾਂਝੀ ਕਰਨੀ ਚਾਹੁੰਦੇ ਹਨ। ਸੋ ਉਹ ਸਰਵਣ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸਰਬੱਤ ਸੰਗਤ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੰਦਪੁਰ ਸਾਹਿਬ ਵਾਹਿਗੁਰੂ 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 ਸੰਗਤ. The Sanskrit word sang, which means company, fellowship and association. Today the Sangat is gathered to honor and to bring to rest Khandewala Bapuji, Balwant Singh Ji. I am his beta, Ravinder Singh, and with my mata, Mahinder Kaur, and my sisters, Devinder and Gurminder, we send our love to the Sangat. While we could not physically be here today, we are in spirit with you. My father had a beautiful life, beginning in 1932 in Lalpur. It spanned across several continents. During those first 70 or so years, he saw and did much. He participated in the worldly life by getting married, having children, moving his young family to another country, getting a PhD, working, raising a family, having dreams, losing a child, organizing sick communities, and having worldly aspirations for his children. In 2000, he returned to his ancestral land and built a new home. But he also quietly began spending more and more time at Balwantpuri Sahib. For the final 18 years of his life, he called Balwantpuri Sahib his home. While he had built a brand new home in his village, his true home was with the Sangat, and we simply could not keep him from his true home. A common thread in his life, no matter where and when, was his deep and enduring love for the Sangat. When there was no congregation, he began congregating. When he could, he strengthened fellowships, be it in a union of teachers or across parties in a Gurdwara Sahib. His will was strong, his practice was impeccable, his laugh was infectious, and his hope was eternal. I and my family send our love and blessings to you, the Sangat. We trusted that you would take care of him, and you did. He was the happiest we have ever known him to be when he was with Babaji and all of you. May Khandewala Babaji stay in your hearts, your imaginations, and your love. Waheguru, Waheguru, Waheguru. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਉਹਨਾਂ ਦੇ ਬੇਟੇ ਜੋ ਰਵਿੰਦਰਜੀਤ ਸਿੰਘ ਜੀ। ਉਹਨਾਂ ਨੇ ਕੈਲੀਫੋਰਨੀਆ ਤੋਂ ਆਡੀਓ ਕਲਿੱਪ ਭੇਜੇ, ਜਿਸ ਤਰ੍ਹਾਂ ਉਹਨਾਂ ਨੇ ਵੀ ਦੱਸਿਆ ਕਿ ਪਿਛਲੇ 18 ਸਾਲ ਉਹਨਾਂ ਨੇ ਸੰਗਤ ਦੇ ਵਿੱਚ ਗੁਜ਼ਾਰੇ, ਬਾਬਾ ਜੀ ਨਾਲ ਗੁਜ਼ਾਰੇ। ਜੋ ਅਗਲਾ ਆਡੀਓ ਕਲਿੱਪ ਤੁਸੀਂ ਸਰਵਣ ਕਰਨੇ ਹਨ ਬਾਬਾ ਜੀ ਦੇ ਮੁਖਾਰਬੰਦ ਤੋਂ, ਉਹ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦੇ ਹਨ। ਬਾਬਾ ਜੀ ਨੇ ਸੰਗਤ ਦੇ ਨਾਲ ਕੱਲ੍ਹ ਸਾਂਝੇ ਕੀਤੇ ਸਨ। ਉਸ ਤੋਂ ਉਪਰੰਤ ਬੇਨਤੀ ਹੈ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਉਹ ਵੀ ਪਹੁੰਚੇ ਹਨ। ਉਹ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ, ਫਿਰ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਸ਼ਾਮਲ ਹੋਣਾ ਹੈ। ਕੁਝ 10-12 ਮਿੰਟ ਦਾ ਅਗਲਾ ਕਲਿੱਪ ਹੈ, ਸਾਰਿਆਂ ਨੇ ਇਸੇ ਤਰ੍ਹਾਂ ਬੈਠਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। डॉक्टर बलवंत सिंह जी होरी परमात्मा की बख्शी हुई मानस देही ਨੂੰ सफल तरीके नाल वरत के
ਉਹਦੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਕੇ ਰਹਿਮਤਾਂ ਦੇ ਮੀਂਹ ਬਰਸਾ ਕੇ ਤੇ ਉਸ ਇਹ ਕੱਪੜ ਰੂਪ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ। ਮਹਾਰਾਜ ਜੀ ਕਹਿੰਦੇ ਇਹ ਜੋ ਆਪਾਂ ਮਾਨਸ ਦੇਹੀ ਕੱਪੜਿਆਂ ਦਾ ਵੇਸ਼, ਮਾਨਸ ਦੇਹੀ ਕੱਪੜੇ ਹਨ ਆਪਣੇ ਅਸਲੀ ਆਪੇ ਤੇ ਪਰਮਾਤਮਾ ਤੇ ਜੋ ਅੰਦਰ ਵਸਦਾ, ਕਿ ਕੱਪੜੇ ਇਸ ਦੁਨੀਆ ਵਿੱਚ ਹੀ ਰਹਿ ਜਾਂਦੇ ਹਨ। ਤੇ ਅਤੀ ਭਾਗਾਂ ਵਾਲੇ ਉਹ ਬਹੁਤ ਵੱਡੀ ਸ਼ਖਸੀਅਤ ਸਨ, ਪਰ ਇਹ ਆਪਣੇ ਮਨ ਦਾ ਸੁਭਾਅ ਹੁੰਦਾ ਹੈ ਕਿ ਜਿਸ ਚੀਜ਼ ਲਈ ਬਹੁਤ ਵੱਡੀ ਜੱਦੋ-ਜਹਿਦ ਨਾ ਕਰਨੀ ਪਵੇ, ਉਹਦੀ ਇਹ ਬਹੁਤੀ ਕੀਮਤ ਨਹੀਂ ਪਾਉਂਦਾ। ਡਾਕਟਰ ਬਲਵੰਤ ਸਿੰਘ ਉਹਨਾਂ ਨੂੰ ਪਰਮਾਤਮਾ ਨੇ ਭੇਜਿਆ ਸੀ ਇਸ ਸੰਗਤ ਵਿੱਚ 20 ਵਰ੍ਹੇ ਪਹਿਲਾਂ, ਪਰ ਉਹ ਉਹਨਾਂ ਦੀ ਬਹੁਤ ਵੱਡੀਆਂ ਉਹਨਾਂ ਦੀਆਂ ਜ਼ਿੰਦਗੀ ਵਿੱਚ ਪ੍ਰਾਪਤੀਆਂ ਸਨ, ਜਿਨ੍ਹਾਂ ਵਿੱਚੋਂ ਥੋੜ੍ਹੀਆਂ ਜਿਹੀਆਂ ਆਪਾਂ ਵਿਚਾਰਦੇ ਕਿ ਉਹਨਾਂ ਦਾ ਜਨਮ ਪਾਰਟੀਸ਼ਨ ਤੋਂ ਪਹਿਲਾਂ ਲਾਇਲਪੁਰ ਜ਼ਿਲ੍ਹਾ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਉਸ ਵਿੱਚ ਚੱਕ ਨੰਬਰ 118 ਵਿੱਚ 1932 ਈਸਵੀ ਨੂੰ ਹੋਇਆ ਤੇ 1947 ਦੀ ਵੰਡ ਤੋਂ ਬਾਅਦ ਉਹ ਜਲੰਧਰ ਦੁਰਲੇ ਪਾਸੇ ਪਿੰਡ ਹੈ ਲਾਂਬੜੇ ਕੋਲ ਬਾਜੜਾ, ਉੱਥੇ ਉਹਨਾਂ ਨੂੰ ਜ਼ਮੀਨ ਪਈ, ਉੱਥੇ ਪਰਿਵਾਰ ਆ ਕੇ ਰਹਿਣ ਲੱਗ ਪਿਆ। 1949 ਵਿੱਚ ਉਹਨਾਂ ਨੇ ਦੁਆਬਾ ਖਾਲਸਾ ਹਾਈ ਸਕੂਲ ਜਲੰਧਰ ਤੋਂ 10ਵੀਂ ਪਾਸ ਕੀਤੀ ਤੇ ਬਾਅਦ ਵਿੱਚ 1961 ਵਿੱਚ ਉਹ ਫੌਜ ਵਿੱਚ ਭਰਤੀ ਹੋ ਗਏ। 1951 ਵਿੱਚ 19 ਸਾਲ ਦੀ ਉਮਰ ਵਿੱਚ ਤੇ 2 ਸਾਲ ਫੌਜ ਵਿੱਚ ਨੌਕਰੀ ਕੀਤੀ। ਫਿਰ 1953 ਵਿੱਚ ਗੌਰਮੈਂਟ ਕਾਲਜ ਹੁਸ਼ਿਆਰਪੁਰ ਤੋਂ BA ਕੀਤੀ। 1964 ਵਿੱਚ ਗੌਰਮੈਂਟ ਟ੍ਰੇਨਿੰਗ ਕਾਲਜ ਜਲੰਧਰ ਤੋਂ BT ਦੀ ਡਿਗਰੀ ਕੀਤੀ ਔਰ 1967 ਵਿੱਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਪੋਲੀਟੀਕਲ ਸਾਇੰਸ ਦੀ MA ਕੀਤੀ। ਇੱਥੇ 6 ਸਾਲ ਪੜ੍ਹਾਇਆ ਤੇ 1968 ਵਿੱਚ ਉਹ ਇੰਗਲੈਂਡ ਚਲੇ ਗਏ ਤੇ ਉੱਥੇ ਜਾ ਕੇ ਵਕਾਲਤ ਦੀ ਪੜ੍ਹਾਈ ਕੀਤੀ। ਇੰਗਲੈਂਡ ਤੋਂ 1970 ਵਿੱਚ ਉਹ ਆਪਣੀ ਪਤਨੀ, ਜੋ ਉਹਨਾਂ ਦੇ 2 ਬੱਚੇ ਹਨ, ਬੇਟੇ ਦਾ ਨਾਂ ਰਵਿੰਦਰਜੀਤ ਸਿੰਘ
ਤੇ ਬੇਟੀ ਦਾ ਨਾਂ ਦਵਿੰਦਰਜੀਤ ਕੌਰ। ਕੈਲੀਫੋਰਨੀਆ ਵਿੱਚ ਰਹਿੰਦੇ। ਉਹਨਾਂ ਦੇ ਮਾਤਾ ਜੀ ਵੀ ਅੱਜ ਕੱਲ੍ਹ ਉੱਥੇ ਰਹਿੰਦੇ, ਮਹਿੰਦਰ ਕੌਰ ਜੀ। ਸੋ ਡਾਕਟਰ ਬਲਵੰਤ ਸਿੰਘ ਜੀ ਆਪਣੀ ਪਤਨੀ ਮਹਿੰਦਰ ਕੌਰ ਹੋਰਾਂ ਨਾਲ ਅਮਰੀਕਾ ਚਲੇ ਗਏ। ਮਿਸਿਸਿਪੀ ਇੱਕ ਸੂਬਾ ਹੈ, ਉੱਥੇ ਰਹਿਣ ਲੱਗ ਪਏ। ਉੱਥੇ 1975 ਵਿੱਚ ਡੈਲਟਾ ਸਟੇਟ ਯੂਨੀਵਰਸਿਟੀ ਤੋਂ ਐਲੀਮੈਂਟਰੀ ਐਜੂਕੇਸ਼ਨ ਅਤੇ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਕੀਤੀ। ਅਮਰੀਕਾ ਵਿੱਚ 26 ਸਾਲ ਪੜ੍ਹਾਇਆ ਤੇ 1997 ਵਿੱਚ ਰਿਟਾਇਰ ਹੋਏ। ਇੰਗਲੈਂਡ ਦੀ ਇੱਕ ਬਾਡੀ ਹੈ ਕੈਂਬਰਿਜ ਵਿੱਚ। ਕੈਂਬਰਿਜ ਇੱਕ ਸ਼ਹਿਰ ਹੈ, ਕੈਂਬਰਿਜ ਯੂਨੀਵਰਸਿਟੀ ਵੀ ਜਿੱਥੋਂ ਦੀ ਮਸ਼ਹੂਰ। ਉਸ ਬਾਡੀ ਦਾ ਨਾਂ ਹੈ ਇੰਟਰਨੈਸ਼ਨਲ ਬਾਇਓਗ੍ਰਾਫਿਕਲ ਸੈਂਟਰ ਆਫ ਕੈਂਬਰਿਜ। ਇਸ ਬਾਡੀ ਨੇ 2001 ਵਿੱਚ ਉਹਨਾਂ ਨੂੰ ਇੰਟਰਨੈਸ਼ਨਲ ਮੈਨ ਆਫ ਦ ਈਅਰ, ਦੁਨੀਆ ਭਰ ਵਿੱਚੋਂ ਸਭ ਤੋਂ ਬਿਹਤਰ ਇਨਸਾਨ ਚੁਣੇ ਗਏ ਸਨ। ਇਹਨਾਂ ਨੇ ਯੂਨੀਵਰਸਿਟੀ ਆਫ ਸਾਊਥ ਕੈਰੋਲਾਈਨਾ ਬਾਅਦ ਵਿੱਚ ਇਹਨਾਂ ਨੇ PhD ਕੀਤੀ ਐਜੂਕੇਸ਼ਨ ਬਾਰੇ, ਤੇ ਫਿਰ 2 ਸਾਲਾਂ ਲਈ ਯੂਨੀਵਰਸਿਟੀ ਆਫ ਸਾਊਥ ਕੈਰੋਲਾਈਨਾ ਵਿੱਚ ਅਸਿਸਟੈਂਟ ਪ੍ਰੋਫੈਸਰ ਵੀ ਰਹੇ। ਬੇਹੱਦ ਵੱਡੀਆਂ ਪ੍ਰਾਪਤੀਆਂ, ਪਰ ਆਪਣੇ ਵਿੱਚ ਪਿਛਲੇ 20 ਸਾਲਾਂ ਤੋਂ ਰਹੇ, ਪਰ ਇੰਜ ਰਹੇ ਜਿਵੇਂ ਰੱਬ ਵਸਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਉਹਨਾਂ ਦਾ ਅਤ ਕੋਮਲ ਦਿਲ ਸੀ, ਕਿਸੇ ਦਾ ਵੀ ਦਰਦ ਉਹਨਾਂ ਕੋਲੋਂ ਸਹਾਰਿਆ ਨਹੀਂ ਸੀ ਜਾਂਦਾ। ਭਾਵੇਂ ਉਹ ਗੁਜਰਾਤ ਵਿੱਚ ਜਦੋਂ ਹੜ੍ਹ ਆਏ, ਉਦੋਂ ਕਿਤੇ ਵੀ ਕੋਈ ਆਫਤ ਆਉਂਦੀ ਤਾਂ ਉਹਨਾਂ ਨੂੰ ਬਹੁਤ ਦਰਦ ਹੁੰਦਾ, ਤਾਂ ਜਿੰਨਾ ਵੀ ਹੋ ਸਕਦੇ ਪੈਸਾ ਇਕੱਠਾ ਕਰਕੇ ਉੱਥੇ ਭੇਜਦੇ। ਗਰੀਬ ਲੋਕਾਂ ਵੱਲ ਉਹਨਾਂ ਦਾ ਖਾਸ ਉਲਾਰ ਸੀ। ਅਮਰੀਕਾ ਵਿੱਚ ਕਾਲੇ ਲੋਕ ਬਹੁਤ ਗਰੀਬ ਹਨ। ਲੜਕੇ ਲੜਕੀਆਂ ਅੱਜ ਕੱਲ੍ਹ ਤੇ ਸਾਰੇ ਹੀ, ਪਰ ਜਿੰਨਾ ਜ਼ਿਆਦਾ ਕੋਈ ਗਰੀਬ ਹੋਵੇ ਉਨਾ ਉਹ ਜ਼ਿਆਦਾ ਆਸਰਾ ਲੈਂਦਾ ਹੈ, ਜ਼ਿਆਦਾ ਗਰੀਬ ਜਾਂ ਜ਼ਿਆਦਾ ਅਮੀਰ। ਤੇ ਇਹਨਾਂ ਨੇ ਉਹਨਾਂ ਕਾਲੇ ਲੜਕੇ ਲੜਕੀਆਂ ਨੂੰ ਡਰੱਗਾਂ ਤੋਂ ਬਚਾਉਣ ਲਈ ਫੁੱਟਬਾਲ ਖੇਡਣਾ ਸਿਖਾਉਂਦੇ ਹੁੰਦੇ, ਆਪ ਵੀ ਫੁੱਟਬਾਲ ਖੇਡਦੇ ਰਹੇ ਸੀ। 8 ਸਾਲ ਉਹਨਾਂ ਬੱਚਿਆਂ ਨੂੰ ਫੁੱਟਬਾਲ ਖਿਡਾਉਂਦੇ ਰਹੇ। ਤੇ ਆਪਾਂ ਕਦੀ ਸੋਚਿਆ ਨਹੀਂ ਹੋਣਾ ਕਿ ਉਹ
ਇੰਨੇ ਆਮ ਜੈ ਇਨਸਾਨ, ਜਿੰਨਾ ਕੋਈ ਵੱਡਾ ਹੋ ਜਾਂਦਾ ਉਨਾ ਹੀ ਉਹ ਆਮ ਹੋ ਜਾਂਦਾ। ਰੱਬ ਵੀ ਆਮ ਬਣ ਕੇ ਸਾਰੀ ਸ੍ਰਿਸ਼ਟੀ ਵਿੱਚ ਤੁਰਿਆ ਫਿਰਦਾ ਹੈ, ਆਮ ਕਰ ਕਰ ਜਾਂਦਾ, ਕਰ ਕਰ ਵਸਦਾ ਹੈ। ਰਾਤੀ ਅਸੀਂ ਉਹਨਾਂ ਦੇ ਬਲ ਦੇ ਸਿਵੇ ਤੇ ਵੀ ਗਏ ਸਾਂ। ਬਹੁਤ ਵੱਡੇ ਭਾਗ ਉਹਨਾਂ ਦੇ ਕੇ ਐਡੀ ਵੱਡੀ ਬਾਜੀ ਜਿੱਤ ਕੇ ਗਏ। ਅਮਰੀਕਾ 'ਚ ਉਦੋਂ ਕਿੱਡੇ ਵੱਡੀਆਂ ਵੱਡੀਆਂ ਪ੍ਰੋਫੈਸਰ ਸਨ ਤੇ ਉੱਨੀ ਸੌ 97 ਵਿੱਚ ਸਾਨੂੰ ਇਹ ਮਿਲੇ ਕੈਨੇਡਾ ਵਿੱਚ ਆ ਕੇ ਇੱਕ ਸੱਜਣ ਦੇ ਥਰੂ। ਕੁਛ ਘੰਟੇ ਹੀ ਰਹੇ, ਫਿਰ ਵਾਪਸ ਜਾ ਕੇ ਰਿਟਾਇਰਮੈਂਟ ਲੈ ਕੇ ਤੇ ਸੰਗਤ ਵਿੱਚ ਰਹਿਣ ਲੱਗ ਪਏ। ਪਿਛਲੇ 20 ਸਾਲਾਂ ਤੋਂ ਦਿਨ ਰਾਤ ਉਹਨਾਂ ਸੰਗਤ ਕੀਤੀ, ਹਰ ਜਗ੍ਹਾ ਆਪਾਂ ਨੂੰ ਆਪਣੀ ਸੰਗਤ ਬਖਸ਼ੀ। ਪਰਮਾਤਮਾ ਬੇਹੱਦ ਖੁਸ਼ ਹੋਣਗੇ ਉਹਨਾਂ ਤੇ, ਉਹ ਆਪ ਵੀ ਬੇਹੱਦ ਖੁਸ਼ ਹੋਣਗੇ। ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੈ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੈ। ਸੋ ਕਹੋ ਟਲ ਗੁਰ ਸੇਵੀਐ, ਐਨ ਸਹਿ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਸੱਜਣ ਸੱਚਾ ਪਾਤਸ਼ਾਹੂ, ਸਿਰ ਸ਼ਾਹਾਂ ਦੇ ਸ਼ਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਰਾਮ ਕਲੀ ਸਦ, ਏਕ ਓੰਕਾਰ ਸਤਿਗੁਰ ਪ੍ਰਸਾਦ। ਜਗ ਦਾਤਾ ਸੋਏ ਭਗਤ ਵਸਲ ਤੈ ਲੋਏ ਜੀਓ। ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਏ ਜੀਓ। ਔਰ ਨ ਜਾਣੇ ਸ਼ਬਦ ਗੁਰ ਕੇ ਏਕ ਨਾਮ ਧਿਆਵੇ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੈ। ਆਇਆ ਹੰਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ। ਜਗ ਅੰਮ੍ਰਿਤ ਟਲ ਤੋ ਠਾਕੁਰ ਭਗਤੇ ਹਰ ਪਾਇਆ। ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਪਾਸ ਜੀਓ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰਾਖੋ ਅਰਦਾਸ ਜੀਓ। ਪੈਜ ਰਾਖੋ ਹਰ ਜਨ ਕੇਰੀ, ਹਰ ਦਿਓ ਨਾਮ ਨਿਰੰਜਨੋ। ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ। ਸਤਿਗੁਰ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਧਾਰ ਕਿਰਪਾ ਸਤਿਗੁਰ ਮਲਾਇਆ, ਧੰਨ ਧੰਨ ਕਹਿ ਸਬਾਸ ਜੀਓ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਪਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਪਾਇਆ, ਮੇਰੇ ਹਰ ਪ੍ਰਭ ਕਰੇ ਸਬਾਸ ਜੀਓ। ਭਗਤ ਸਤਿਗੁਰ ਪੁਰਖ ਸੋਈ,
ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵਜੇ ਵਾਜੇ, ਹਰਿ ਆਪ ਗਲ ਮਿਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਲ ਨਿਰਜਾਸ ਜੀਓ। ਤੋਰ ਲਿਖਿਆ ਪ੍ਰਵਾਣਾ ਫਿਰੇ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਸਤਿਗੁਰ ਪਾਣੇ ਆਪਣੇ ਬਹਿ ਪਰਵਾਰ ਸਦਾਇਆ, ਮਤ ਮੈਂ ਪਿਛੇ ਕੋਈ ਰੋਸੀ, ਸੋ ਮੈਂ ਮੂਲ ਨਾ ਭਾਇਆ। ਮਿਤ ਭੇਜੇ ਮਿਤ ਬਿਕਸੇ, ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰ ਪਹਿਨਾਵੇ। ਸਤਿਗੁਰ ਪੁਰਖ ਹੁੰਦਿਆਂ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਦ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੇ ਪ੍ਰਾਨ ਜੀਓ। ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੈਬਾਨ, ਹਰ ਅੰਗੁਰ ਭਾਵੈ। ਪਿੰਡ ਪਿੱਤਲ ਕਿਰਿਆ ਦੀਵਾ ਫੁੱਲ, ਹਰ ਸਿਰ ਪਾਵੈ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸਜਾਨ ਜੀਓ। ਰਾਮਦਾਸ ਸੋਢੀ ਤਿਲਕ ਦਿਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰ ਸਿੱਖਾਂ ਮਨ ਲਈ ਰਜਾਏ ਜੀਓ। ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਸਭ ਪਵੇ ਪੈਰੀ ਸਤਿਗੁਰ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਕੋਈ ਕਰੇ ਬਖੀਲੀ ਨਹੀਂ, ਕੋਈ ਕਰ ਬਖੀਲੀ ਨਵੇਂ ਨਾਹੀ। ਫਿਰ ਸਤਿਗੁਰ ਆਣ ਨਿਵਾਇਆ, ਗੁਰ ਸਤਿਗੁਰ ਭਾਣੇ ਦੀ ਵਡਿਆਈ। ਕੋ ਤੁਰ ਲਿਖਿਆ ਲੇਖ ਰਜਾਏ ਜੀਓ। ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਹਰ ਗੁਰੇ ਪਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ। ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ, ਮੇਰੇ ਮਨ ਦੀ ਇੱਛਾ ਸੀ ਕਿ ਮੈਂ ਮਹਾਂਪੁਰਖਾਂ ਦੇ ਪਤਾਏ ਇੱਕ ਚੌਪਈ ਦਾ ਪਾਠ ਕਰਕੇ ਫਿਰ ਆਨੰਦ ਸਾਹਿਬ ਦਾ ਪਾਠ ਕਰੀਏ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਆਪ ਸਾਥ ਦਿਓ ਅਤੇ ਆਪਾਂ ਰਲ ਕੇ ਚੌਪਈ ਦਾ ਪਾਠ ਕਰਕੇ ਫਿਰ ਆਨੰਦ ਸਾਹਿਬ ਦਾ ਪਾਠ ਕਰਕੇ ਫਿਰ ਅਰਦਾਸ ਹੋਏ ਜੀ। ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ। ਕਬਿਓ ਆਵਾਜ਼ ਬੇਨਤੀ ਚੌਪਈ। ਹਮਰੇ ਕਰੋ ਹੱਥ ਦੇ ਰਛਾ, ਪੂਰਨ ਹੋਏ ਚਿਤ ਕੀ ਇੱਛਾ। ਤਾਪ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੇ ਤੁਮ ਕਾਵੋ, ਆਪ ਹਾਥ ਦੇ ਮੁਹੇ ਬਚਾਵੋ। ਸੁਖੀ ਵਸੇ ਮੋਰੋ ਪਰਵਾਰਾ, ਸੇਵਕ ਸਿੱਖ ਸਭੇ ਮੋਰ ਅੱਛਾ ਨਿਜ ਕਰਦਾ ਕਰੀਆ। ਪੂਰਨ ਹੋਏ ਹਮਾਰੀ ਆਸਾ, ਤੁਮੇ ਛਾੜ ਕੋਈ ਅਵਰ ਨਾ ਤਿਆਉ। ਸੇਵਕ ਸਿੱਖ ਹਮਾਰੇ ਤਾਰਿਆ, ਆਪ ਹਾਥ ਦੇ ਮੁਝੇ ਅਬਰਿਆ। ਹੋ ਜੋ ਸਦਾ ਹਮਾਰੇ ਪਛਾ, ਰਾਖ ਲਿਓ ਮੋਇ ਰਾਖਨ ਹਾਰੇ। ਦੀਨ ਬੰਦ ਦੁਸ਼ਟਨ ਕੈ ਹੰਤਾ, ਕਾਲ ਪਾਏ ਬ੍ਰਹਮਾ ਬਪਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਜਮਨ ਕਾਲ ਜੋਗੀ ਸਭ ਕੀਓ। ਜਮਨ ਕਾਲ ਸਭ ਲੋਕ ਸਵਾਰਾ, ਜਮਨ ਕਾਲ ਸਭ ਜਗਤ ਬਨਾਇਓ। ਆਦਿ ਅੰਤੇ ਕੇ ਅਵਤਾਰਾ, ਨਮਸਕਾਰ ਤਿਸੀ ਕੋ ਹਮਾਰੀ। ਸੇਵਕਨ ਕੋ ਸਭ ਗੁਣ ਸੁਖ ਦਿਓ, ਕਾਟ ਕਾਟ ਕੇ ਅੰਤਰ ਕੀ ਜਾਨਤ। ਚੀਟੀ ਤੇ ਕੁੰਚਰ ਅਸਥੂਲਾ, ਸੰਤਨ ਦੁਖ ਪਾਏ ਤੇ ਦੁਖੀ। ਏਕ ਏਕੀ ਪੀਰ ਪਛਾਨੈ, ਜਬ ਯੋਧ ਕਰ ਕਰਾ ਕਰਤਾਰਾ।
ਜਾਵਿਆ ਕਰਖ ਕਰਤ ਹੋ ਕਬ ਹੋ ਜੇ ਤੇ ਬਦਨ ਸੇਠ ਸਭ ਧਾਰੇ ਤੁਮ ਸਭ ਹੀ ਤੇ ਰਹਿਤ ਨਰਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਤਾਂ ਕਾ ਮੂੜਾ ਚਾਰਤ ਭੇਦਾ ਤਾਂ ਕੋ ਕਰ ਪਾਨ ਮਾਨਤ ਮਹਾਦੇਵ ਕੋ ਕਹਿ ਸਦਾ ਸਿਵ ਆਪ ਆਪਣੀ ਬੁੱਧ ਹੈ ਜੇਤੀ ਤੁਮਰਾ ਲਖਾ ਨ ਜਾਏ ਪਸਾਰਾ ਏਕ ਰੂਪ ਅਨੂਪ ਸਰੂਪਾ ਅੰਡ ਜੇਰ ਸੇ ਤਜ ਕੀਨੀ ਕਹੂ ਰਾਜਾ ਹੋਏ ਬੈਠਾ ਸਗਰੇ ਸ੍ਰੇਸ਼ਟ ਦਿਖਾਇਆ ਚੰਬਵ ਅਵ ਰਛਾ ਮੇਰੀ ਤੁਮ ਕਰੋ ਦੁਸ਼ਟ ਜਤੇ ਉਠਤ ਪਾਤਾ ਜੇ ਅਸਤੋਤਾ ਸਰਨੀ ਪਰੇ ਪੁਰਖ ਜਮਨ ਪਾ ਪਰੇ ਤਹਾਰੇ ਜੋ ਕਾਲ ਕੋ ਇੱਕ ਵਾਰ ਤੇ ਆਏ ਹੈ ਰਛਾ ਹੋਏ ਤਾਈਂ ਸਭ ਕਾਲਾ ਕਿਰਪਾ ਦਿਸਤਨ ਜਾਏ ਨ ਹਰ ਹੋ ਰੇਦ ਸਿਧ ਕਰਮੋ ਸਭ ਹੋਏ ਏਕ ਵਾਰ ਜਨ ਤੁਮੈ ਸਮਾਰਾ ਜਰ ਨਰ ਨਾਮ ਤਹਾਰੋ ਕਹਾ ਖੜ ਖੇਤ ਮੈਂ ਸਰਨ ਤਹਾਰੀ ਸਰਬ ਠੋਰ ਮੋਹ ਸਹਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਕਿਲਵਕ ਸਕਲ ਦੇ ਕੋ ਹਰਤਾ ਸਿਰਿਆ ਤੋ ਜਪੈ ਦਿਆਲਾ ਮਨ ਬਾਸ ਫਲ ਪਾਵੇ ਸੋਈ ਅੜੇਲਾ ਸੁਨੇ ਗੰਗ ਜੋ ਜਾਏ ਸਰਸ ਨਾ ਪਾਵੀ ਦੁਖ ਦਰਦ ਪਾਉ ਨਿਕਟਣਾ ਤਿਨਰ ਕਹਿ ਰਹੈ ਕੋ ਕਹਿ ਚੌਪਈ ਸੰਭਾ ਸਤਰ ਸਾਹਿਬ ਪਣੀਜੈ ਭਾਦਰੋਂ ਸੁਦੀ ਅਸ਼ਟਮੀ ਰਾਵਾਰਾ ਸਵਈਆ ਪਾਹੇਂਗੇ ਜਬ ਤੇ ਤੁਮਰੇ ਰਾਮ ਰਹੀਮ ਪਰਾਨ ਕੁਰਾਨ ਸਿਮਰ ਸ਼ਾਸਤਰ ਵੇ ਸਵੇ ਬਹੁ ਭੇਦ ਸ੍ਰੀ ਅਸਪਾਂ ਕਿਰਪਾ ਤੁਮਰੀ ਕਰ ਦੋਹਰਾ ਸਗਲ ਦਵਾਰ ਕੋ ਛਾੜ ਕੇ ਬਾਹੇ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਰਾਮ ਕਰੇ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਈਆ। ਸ਼ਬਦੋ ਤਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਏ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਨਾਲੋ ਤੂੰ ਮਨ ਮੇਰੇ ਦੁਖ ਸਭ ਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰਾ ਸੁਆਮੀ ਸੋਕ ਮਨੋ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਆਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ
सच्चे सब क्या नहीं कर तेरे, साचा नाम मेरा आधारो। ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆਂ। ਕਰ ਸ਼ਾਂ ਸੁਖ ਮਨ ਆਏ ਵਸਿਆ, ਜਨੇਸ਼ਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਾਰ ਸੁਭਾਗੈ, ਕਾਰ ਸੁਭਾਗੈ ਸ਼ਬਦ ਵਾਜੇ, ਕਾਲਾ ਜਿਤ ਕਰ ਤਾਰੀਆ। ਪੰਜ ਦੂਤ ਦਵਾਸ ਕੀਤੇ, ਕਾਲ ਕੰਠ ਕਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੈ ਲਾਗੇ। ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਔਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ। ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਲਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਲਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਾਉਣ ਗੁਰੂ ਪਾਣੀ, ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬਰਿਆਈਆਂ, ਵਾਚੇ ਤਨ ਮਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰ, ਤੁਮਰੀ ਕਿਰਪਾ ਮੈਂ ਸੁਖ ਕਨੇਰ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚ। ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ ਜੀ ਸਗਲ ਕੋ ਦੇਹਦਾਨ। ਇੱਕ ਓੰਕਾਰ ਸੇ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾ, ਸ੍ਰੀ ਭਗਉਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲੀਨ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਉ, ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ, ਦੀਦਾਰ ਜੀ ਕਾ ਧਿਆਨ ਤਰਕੇ। ਖਾਲਸਾ ਜੀ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹੱਠੀਆਂ। ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ ਦੇਗ ਚਲਾਈ। ਤੇਗ ਵਾਹੀ ਦੇਖ ਕੇ ਆਂਡੜ ਕੀਤਾ, ਤਿੰਨਾਂ ਪਿਆਰਿਆਂ ਸੱਚਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਸੀ ਦਿੱਤੇ, ਬੰਦ ਬੰਦ ਕਟਾਏ। ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰ ਨਾ ਚਰਾਏ ਗਏ। ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਖਾਲਸਾ ਜੀ ਬੋਲਣਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।
ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਸ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮੱਧ ਰੱਖਾ ਹੈ ਕਾਲਖ ਵਾਹਿਗੁਰੂ ਜੀ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਨੂੰ ਖਾਲਸਾ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਣ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਦਾਤਾਰ ਪਿਤਾ ਜੀਓ। ਗੁਰਬਾਣੀ ਦਾ ਫਰਮਾਨ ਹੈ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸਦੇ ਉਠੀ ਜਾਹੇ ਦੇ ਮਹਾਵਾਕਾਂ ਅਨੁਸਾਰ। ਸਤਿਕਾਰਯੋਗ ਡਾਕਟਰ ਬਲਵੰਤ ਸਿੰਘ ਜੀ, ਜਿਨ੍ਹਾਂ ਨੂੰ ਸੰਗਤਾਂ ਪਿਆਰ ਨਾਲ ਖੰਡੇ ਵਾਲੇ ਬਾਪੂ ਜੀ ਕਹਿ ਕੇ ਸੰਬੋਧਨ ਕਰਦੇ ਸਨ, ਜੋ ਪਿਛਲੇ ਕੁਝ ਦਿਨਾਂ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਉਹਨਾਂ ਦੇ ਨਿਮਿਤ ਸਮੂਹ ਸੰਗਤ ਅਤੇ ਪਰਿਵਾਰ ਨੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਓਟ ਆਸਰਾ ਤੱਕਿਆ ਹੈ ਦਾਤਾਰ ਪਿਤਾ ਜੀਓ। ਆਪ ਜੀ ਨੇ ਸੇਵਕ ਪਰਿਵਾਰ ਅਤੇ ਸਮੂਹ ਸੰਗਤ ਨੂੰ 2 ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਬਖਸ਼ੀ ਹੈ ਜੀ। ਕਿਰਪਾ ਕਰਨੀ ਜੀ, ਸਮੂਹ ਸੰਗਤ ਦੇ ਸਿਰ 'ਤੇ ਮੇਰੇ ਭਰਿਆ ਹੱਥ ਰੱਖਣਾ। ਬਾਪੂ ਜੀ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨੇ ਨਿਵਾਸ ਬਖਸ਼ਣਾ ਜੀ। ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ। ਬਾਪੂ ਜੀ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣਾ ਜੀ। ਆਵਾ ਗਾਉਂਦੇ ਚੱਕਰ ਤੋਂ ਮੁਕਤ ਕਰਨਾ ਦਾਤਾਰ ਪਿਤਾ ਜੀਓ। ਆਪ ਜੀ ਦੀ ਕਿਰਪਾ ਸਦਕਾ ਸ਼ਾਮਾਂ ਵੇਲੇ 2 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸੰਪੂਰਨ ਜਪਜੀ ਸਾਹਿਬ ਸ਼ਬਦ ਹਜ਼ਾਰੇ ਵਿਰਾਗਮय ਕੀਰਤਨ ਹੋਏ। ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਜਾਪ ਹੋਏ ਦਾਤਾਰ ਪਿਤਾ ਜੀਓ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਜਾਣ ਬੱਚੇ ਸਮਝ ਕੇ ਮੁਆਫ ਕਰਨਾ। ਕਿਰਪਾ ਕਰਨੀ ਗਾਂ ਤੋਂ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦਾ, ਸੇਵਾ ਕਰਨ ਦਾ ਬਲ ਅਤੇ ਬੁੱਧੀ ਬਖਸ਼ਣੀ ਜੀ। ਆਈ ਹੋਏ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨਿਆ ਜੀ। ਕਦਮ ਕਦਮ ਚੱਲੇ ਹੋਏ ਲੇਖੇ ਵਿੱਚ ਲਾਉਣਾ। ਸਮੂਹ ਸੰਗਤਾਂ ਦੇ ਸਿਰ 'ਤੇ ਮੇਰੇ ਭਰੇ ਹੱਥ ਰੱਖਣਾ ਜੀ। ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ। ਪਰਿਵਾਰ ਵਿੱਚੋਂ ਦੁੱਖਾਂ ਦਰਦਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਕੇ ਸੁੱਖਾਂ ਦਾ ਪ੍ਰਕਾਸ਼ ਕਰਨਾ ਜੀ। ਹਰ ਮੈਦਾਨ ਫਤਿਹ ਬਖਸ਼ਣੇ ਜੀ। ਪਰਿਵਾਰ ਵੱਲੋਂ ਅਤੇ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ। ਆਪ ਜੀ ਨੇ ਅੰਗੀਕਾਰ ਕੀਤੇ ਸੇਵਕ ਪਰਿਵਾਰ ਸੰਗਤਾਂ ਦੇ ਲੋਕ ਪਰਲੋਕ ਪਰਦੇ ਕੱਜਣੇ ਜੀ। ਇੱਜ਼ਤ ਪੱਤ ਬਖਸ਼ਣੀ ਦਾਤਾਰ ਪਿਤਾ ਜੀਓ। ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੇਗ ਸੱਜ ਕੇ ਹਾਜ਼ਰ ਆਪ ਜੀ ਭੋਗ ਲਾਵੋ। ਲੱਗਿਆ ਹੋਇਆ ਭੋਗ ਸੀਤ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਣੀ ਜੀ। ਆਪ ਜੀ ਹੁਣ ਕਰੋ ਕਿਰਪਾ। ਆਪ ਜੀ ਅਟਲ ਹੁਕਮ ਬਖਸ਼ੋ ਜੀ। ਇਸ ਵੇਲੇ ਜੀ ਕੀ ਅਰਦਾਸ ਆਨੰਦ ਸਾਹਿਬ ਦੀਆਂ 6 ਪੌੜੀਆਂ ਜੀ ਕੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੇ। ਸਰਬੱਤ ਦੇ ਕਾਜ ਰਸ ਕਰਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ। ਖੁਆਰ ਹੋਏ ਸਭ ਮਿਲੇਂਗੇ ਵਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤ ਸੁਭਾਵੇ ਨਾਨਕਾ, ਸਾਈ ਗਲ ਚੰਗੀ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਕੋੜ ਜਨਮ ਕੇ ਕਿਲ ਵਿਖ ਨਾਸੇ, ਹਰ ਚਰਨੀ ਚਿਤ ਲਾਏ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜੀ ਜਨਸਾ ਭਏ ਪਵਿੱਤਰਾ, ਸਤਿਗੁਰ ਕੀ ਸਾਖੀ। ਬੇਗਨ ਬਨਾਸਨ ਸਭ ਦੁਖ ਨਾਸਨ, ਸਤਿਗੁਰੂ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਾ ਪਾਵਨ, ਜਨ ਨਾਨਕ ਸੁਖ ਕਰ ਆਇਆ। ਸੋ ਕਹੋ ਟਲ ਗੁਰ ਸੇਵੀਆ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕਾ, ਜਨਮ ਮਰਨ ਦੁਖ ਜਾਇ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੇ ਨ ਪਛੋ ਤਾਏ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੇ ਨ ਪਛੋ ਤਾਏ। ਹੂੰ ਹਰਿ ਕੇ ਸਦ ਬਲ ਹਾਰਨੈ, ਜਿਸ ਸੇਵੇ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੇ, ਹਉਮੈ ਸ਼ਬਦ ਜਲਾਏ। ਮਹਲਾ ਤੀਜਾ। ਆਪੇ ਸੇਵਾ ਲਾਇ ਨਾ, ਆਪੇ ਬਖਸ਼ ਕਰੇ। ਸਭਨਾ ਕਾ ਮਾਪੋ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਨ ਤਿਨ ਨਿਜ ਕਰ ਵਾਸ ਹੈ, ਜੋ ਜੋ ਸੋਭਾ ਹੋਏ। ਪੌੜੀ ਤੂੰ ਕਰਨ ਕਾਰ ਸਮਰੱਥ ਹਾਹੇ, ਕਰਤੇ ਤੁਝ ਬਿਨ ਅਵਰ ਨ ਕੋਈ। ਤੁਧ ਵੇ ਤੁਧ ਆਪੇ ਸਿਰਜਿਆ, ਆਪੇ ਫੁਨ ਗੋਈ। ਸਭ ਏਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੇ ਸੋਈ। ਗੁਰਮੁਖ ਨਾਨਕ ਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਸੁਧ ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੇ ਸੋਈ। ਗੁਰਮੁਖ ਨਾਨਕ ਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਨਿੱਘੀ ਜੀ ਆਇਆਂ। ਬਹੁਤ ਬਹੁਤ ਧੰਨਵਾਦ ਦਰਬਾਰ ਸਾਹਿਬ ਦੇ ਸਮੂਹ ਸੰਗਤਾਂ ਵੱਲੋਂ, ਸਮੂਹ ਲਸ਼ਕਰ ਪਰਿਵਾਰ ਵੱਲੋਂ, ਜੋ ਸਾਰਿਆਂ ਨੇ ਬਾਪੂ ਜੀ ਦੀ ਯਾਦ ਵਿੱਚ ਪਹੁੰਚ ਕੇ ਬੜੇ ਹੀ ਪਿਆਰ ਸਤਿਕਾਰ ਨਾਲ ਅੱਜ ਦਾ ਸਾਰਾ ਸਮਾਗਮ ਸਰਵਣ ਕੀਤਾ। ਪਰਸੋਂ ਤੋਂ ਧੁਰਕੀ ਦਾ ਬਾਣੀ ਦੇ 2 ਅਖੰਡ ਪਾਠ ਸਾਹਿਬ ਚੱਲ ਰਹੇ ਸਨ। ਉਪਰੰਤ ਕੀਰਤਨ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ, ਸੰਗਤਾਂ ਨੇ ਸਾਂਝੀਆਂ ਕੀਤੀਆਂ। ਮਹਾਰਾਜ ਜੀ ਦਾ ਪਾਵਨ ਫਰਮਾਨ ਸਰਵਣ ਕੀਤਾ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਲੱਛਰ ਪਰਿਵਾਰ ਵੱਲੋਂ ਸਮੂਹ ਸੰਗਤਾਂ ਨੂੰ ਪਿਆਰ ਸਹਿਤ ਬੇਨਤੀ ਹੈ ਜੀ, ਸਭ ਨੇ ਲੰਗਰ ਛਕ ਕੇ ਜਾਣਾ। ਇੱਕ ਵਾਰ ਪਰਿਵਾਰ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਨਿੱਘੀ ਜੀ ਆਇਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।